ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਢਿਗ ਕਾਲ ਨਿਫਲ ਨਹਿ ਹੋਏ। ਬਾਂਛਤ ਪਾਏ ਕਰਤ ਭਾਜੋਏ। ਗੁਰ ਢਿਗ ਕਾਲ ਨਿਫਲ ਨਹਿ ਹੋਏ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਾਧ ਸੰਗਤ ਜੀ, ਆਪ ਜੀ ਜਿੱਥੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹੋ ਉੱਥੇ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਵੀ ਸੰਗਤਾਂ ਨੇ ਮਿਲ ਕੇ ਕੀਤਾ ਹੈ। ਆਓ ਸਾਰੀ ਸੰਗਤ ਦਾਸ ਦੀ ਤੇ ਆਪਣੀ ਹਾਜ਼ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਵਾਓ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਉਸ ਕਥਾ ਦੇ ਵਿੱਚ ਆਪ ਜੀ ਇਹ ਸਰਵਣ ਕਰ ਰਹੇ ਹੋ ਕਿ ਕਿਵੇਂ ਬਾਬਾ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਏ ਔਰ ਇੰਨੀ ਜ਼ਿਆਦਾ ਸੇਵਾ ਕੀਤੀ, ਇੰਨੀ ਜ਼ਿਆਦਾ ਸੇਵਾ ਕੀਤੀ ਕਿ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਹੁਣ ਤੁਹਾਡੇ ਵਿੱਚ ਤੇ ਮੇਰੇ ਵਿੱਚ ਫਰਕ ਕੋਈ ਨਹੀਂ ਹੈ। ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਕਿਵੇਂ ਰਾਤ ਨੂੰ ਜੁਲਾਹੀ ਨੇ ਮਹਾਰਾਜ ਵਾਸਤੇ ਨਿਥਾਵੇਂ ਸ਼ਬਦ ਦੀ ਵਰਤੋਂ ਕੀਤੀ ਤੇ ਮਹਾਰਾਜ ਨੇ ਆਖਿਆ ਸੀ ਕਮਲੀਏ ਹੁਣ ਮੈਂ ਨਿਥਾਵਾਂ ਨਹੀਂ, ਹੁਣ ਮੈਂ ਥਾਂ ਵਾਲਾ ਹੋ ਗਿਆ ਹਾਂ। ਸੇਵਾ ਦੇ ਪ੍ਰਤਾਪ ਨਾਲ, ਸਿਮਰਨ ਦੇ ਪ੍ਰਤਾਪ ਨਾਲ ਜੋ ਮੁਖ ਤੋਂ ਬਚਨ ਕੀਤੇ ਉਹ ਸਫਲੇ ਹੋਏ ਜੀ। ਤੇ ਉਹ ਜੁਲਾਹੀ ਉਸੇ ਸਮੇਂ ਕਮਲੀ ਹੋ ਗਈ। ਦਿਨੇ ਇਹ ਗੱਲ ਦੀ ਘੁੰਡੀ ਜਿਹੜੀ ਹੈ ਉਹ ਗੁਰੂ ਅੰਗਦ ਸਾਹਿਬ ਜੀ ਨੇ ਖੋਲ੍ਹੀ। ਗੱਲ ਕੀ ਹੈ? ਫਿਰ ਮਹਾਰਾਜ ਨੇ ਖੁਸ਼ ਹੋ ਕੇ ਬਾਬਾ ਅਮਰਦਾਸ ਜੀ ਨੂੰ 12 ਬਚਨ ਦਿੱਤੇ। ਤੁਮ ਹੋ ਨਿਥਾਵਨ ਥਾਨ ਕਰਹੋ ਨਿਮਨ ਹੈ ਮਾਨ। ਜਿਨ੍ਹਾਂ ਨੂੰ ਆਪਾਂ ਪਿਆਰ ਦੇ ਨਾਲ ਇਹ ਕਹਿੰਦੇ ਆ ਵੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੀ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ, ਨਿਜੋਰਿਆਂ ਦੇ ਜੋਰ, ਨਿਧੀਰਿਆਂ ਦੀ ਧੀਰ, ਸਭ ਤੋਂ ਵੱਡੇ ਪੀਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸੋ ਇਹ 12 ਬਚਨ ਸਨ ਸਾਧ ਸੰਗਤ ਜੀ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੇ। ਤੇ ਅੱਗੋਂ ਫਿਰ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਗਲੇ ਵੀ ਲਾਇਆ, ਛਾਤੀ ਨਾਲ ਵੀ ਲਾਇਆ। ਛਾਤੀ ਨਾਲ ਲਾ ਕੇ ਇਹ ਆਖਿਆ ਵੀ ਤੁਸੀਂ ਹੁਣ ਸਾਡਾ ਰੂਪ ਹੀ ਹੋ। ਹੁਣ ਇਹਦੇ ਤੋਂ ਅੱਗੇ ਜਿਹੜੀ ਕਥਾ ਵਿਚਾਰ ਹੈ ਸਾਧ ਸੰਗਤ ਜੀ ਉਹ ਆਪਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰਨੀ ਹੈ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਆਖੋ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਹਾਂਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਢਿਗ ਕਾਲ ਨਿਫਲ ਨਹਿ ਹੋਏ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਭਾਈ ਪਿਆਰਿਓ, ਜੇ ਕੋਈ ਗੁਰੂ ਸਾਹਿਬ ਜੀ ਦੇ ਹਜ਼ੂਰ ਸੇਵਾ ਕਰਦਾ ਨਾ, ਉਹਦੀ ਸੇਵਾ ਨਿਸ਼ਫਲ ਨਹੀਂ ਹੁੰਦੀ ਜੀ। ਮਹਾਰਾਜ ਦਾ ਇੱਕ ਸੁਭਾਅ ਹੈ, ਪਤਾ ਕੀ, ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੇ ਕਾਲੇ। ਕੋਈ ਤਿਲ ਜਿੰਨੀ ਵੀ ਮਿਹਨਤ ਕਰ ਲੇ, ਤਿਲ ਕੀ ਹੁੰਦਾ, ਥੋੜਾ ਤੋਂ ਥੋੜਾ, ਇੱਕ ਕੌਲੀ ਸਾਫ਼ ਕਰ ਦੇ, ਪਿਆਰਿਓ ਦੀ ਮਿਹਨਤ ਨੂੰ ਫਲ ਮਿਲਦਾ ਹੈ। ਕਹਿੰਦੇ ਗੁਰੂ ਸਾਹਿਬ ਜੀ ਦੇ ਕੋਲ ਕੀਤੀ ਹੋਈ ਜਿਹੜੀ ਸੇਵਾ ਹੈ, ਉਹ ਨਿਸ਼ਫਲ ਕਿਵੇਂ ਹੋਵੇਗੀ। ਵਾਂਛਤ ਪਾਏ ਕਰਤ ਭਾਜੋਏ। ਫਲ ਤੇ ਮਿਲਣਾ ਹੀ ਮਿਲਣਾ ਹੈ, ਭਾਵੇਂ ਕੋਈ ਮੰਗ ਲੇ ਤੇ ਭਾਵੇਂ ਨਾ ਮੰਗੇ ਜੀ, ਫਲ ਤੇ ਗੁਰੂ ਸਾਹਿਬ ਦਿੰਦੇ ਆ। ਬਾਕੀ ਕਵੀ ਜੀ ਕਹਿੰਦੇ, ਜੇ ਕੋਈ ਮੰਗ ਲਵੇ ਤੇ ਉਹਨੂੰ ਮਨ ਇੱਛਾ ਫਲ ਜਿਹੜਾ ਹੈ ਗੁਰੂ ਦੀ ਸੇਵਾ ਚੋਂ ਮਿਲਦਾ ਹੈ। ਕਹਿ ਸ਼੍ਰੀ ਗੁਰ ਸਿਰ ਮੁਕਟ ਉਤਾਰਾ। ਹਾਂਜੀ। ਬਰਖ ਇਕਾਦਸ ਕੋ ਜੋ ਤਾਰਾ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਫਿਰ ਉਹ ਜਿਹੜਾ 11 ਸਾਲਾਂ ਤੋਂ ਪਰਨੇ ਬੰਨੇ ਸਨ ਨਾ ਸੀਸ ਤੇ, ਸਿਰੇ ਪਾਓ, ਉਹ ਫਿਰ ਮਹਾਰਾਜ ਨੇ ਕਿਹਾ ਹੁਣ ਤੁਸੀਂ ਉਤਾਰ ਲਓ। ਤੁਸੀਂ ਬੜੇ ਚਿਰ ਦੇ 12 ਵਾਹਿਗੁਰੂ 11 ਸਰੋਪੇ 12ਵਾਂ ਸਾਲ ਚੜ੍ਹ ਚੁੱਕਾ ਸੀਗਾ। 11 ਸਰੋਪੇ ਸੀਸ ਤੇ ਸਜਾਏ ਹੈ, ਰੱਸੀ ਬੰਨੀ ਹੈ। ਮਹਾਰਾਜ ਕਹਿੰਦੇ ਹੁਣ ਤੁਸੀਂ ਉਤਾਰ ਲਵੋ। ਸੁੰਦਰ ਜਲ ਇਸ਼ਨਾਨ ਕਰਾਇਆ। ਤੇ ਮਹਾਰਾਜ ਜੀ ਨੇ ਕਿਹਾ ਵੀ ਹੁਣ ਇਸ਼ਨਾਨ ਕਰਕੇ ਆਓ। ਹਾਂਜੀ। ਵਸਤਰ ਨਵੀਨ ਸਰਬ ਪਹਿਰਾਇਆ। ਤੇ ਨਵੇਂ ਕੱਪੜੇ ਪਵਾਏ ਜੀ। ਉਹਦਾ ਕਾਰਨ ਇਹ ਹੈ, ਬਾਬਾ ਅਮਰਦਾਸ ਜੀ ਦੀ ਉਮਰ ਬੜੀ ਵੱਡੀ ਹੈ ਜੀ। ਇੰਨੀ ਸੇਵਾ ਕੀਤੀ, ਸੇਵਾ ਕਰਦਿਆਂ ਕਰਦਿਆਂ ਸਰੀਰ ਦੀ ਸੋਝੀ ਵੀ ਨਹੀਂ ਰਹੀ ਜੀ। ਇਸ ਕਰਕੇ ਮਹਾਰਾਜ ਗਰੀਬ ਨਵਾਜ ਜੀ ਨੇ ਇਸ਼ਨਾਨ ਕਰਵਾਇਆ ਸਾਰਾ ਜੀ। ਹਾਂਜੀ। ਮੈਂ ਆਪਣੇ ਅਸਥਾਨ ਬੈਠਾਵੋ। ਗੁਰਤਾ ਗਾਦੀ ਦੇ ਹਰ ਖਾਵੋ। ਤੇ ਮਹਾਰਾਜ ਨਾ ਆਪਣੇ ਮਨ ਵਿੱਚ ਫੁਰਨਾ ਬਣਾਉਂਦੇ ਆ, ਖੇਡ ਤੇ ਧੁਰਦੀ ਹੈ, ਗੁਰੂ ਕਿੰਨੇ ਬਣਨਾ। ਪਿਆਰਿਓ, ਗੁਰਤਾ ਗੱਦੀ ਤੇ ਕਿਹਨੂੰ ਬਿਠਾਉਣਾ, ਇਹ ਫੈਸਲਾ ਇਸ ਦੁਨੀਆ ਦਾ ਨਹੀਂ ਹੈ, ਇਹ ਦਰਗਾਹ ਦਾ ਫੈਸਲਾ ਹੈ। ਤੇ ਮਹਾਰਾਜ ਨੂੰ ਪਤਾ ਹੈ ਵੀ ਹੁਣ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਹੀ ਆਪਣੀ ਥਾਂ ਤੇ ਬਿਠਾਉਣਾ। ਗੱਜ ਕੇ ਆਖੋ ਵਾਹਿਗੁਰੂ। ਗੁਰਤਾ ਗੱਦੀ ਇਹਨਾਂ ਨੂੰ ਦੇ ਕੇ ਖੁਸ਼ੀ ਪ੍ਰਾਪਤ ਕਰਾਂਗੇ। ਹਾਂਜੀ। ਸਭ ਸੰਗਤ ਕੋ ਦਿਓ ਸੁਨਾਏ। ਬਸ ਉਸ ਦਿਨ ਤੋਂ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਸਾਰੀ ਸੰਗਤ ਨੂੰ ਇਹ ਗੱਲ ਸੁਣਾ ਦਿੱਤੀ, ਇਹੋ ਮੇਰੋ ਅਬ ਰੂਪ ਸੁਹਾਏ। ਭਾਈ ਪਿਆਰਿਓ, ਸੰਗਤ ਜੀ, ਇਹ ਬਜ਼ੁਰਗ ਨੂੰ ਬਜ਼ੁਰਗ ਨਾ ਜਾਣਿਓ, ਇਹ ਮੇਰਾ ਹੀ ਰੂਪ ਹੈ। ਗੱਜ ਕੇ ਆਖੋ ਵਾਹਿਗੁਰੂ। ਸੇਵਾ ਵਿੱਚ ਕਿੰਨੀ ਵੱਡੀ ਵਡਿਆਈ ਹੈਗੀ ਜੀ, ਕਿੰਨੀ ਵੱਡੀ ਵਡਿਆਈ ਜੀ। ਵੇਖ ਲੋ, ਗੁਰੂ ਅੰਗਦ ਦੇਵ ਸਾਹਿਬ ਨੇ ਸੰਗਤ ਨੂੰ ਕਿਹਾ ਇਹ ਮੇਰਾ ਹੀ ਰੂਪ ਹੈਗੇ ਆ। ਹਾਂਜੀ। ਇਸ ਮਹਿ ਮੋਹ ਮਹਿ ਭੇਦ ਨਾ ਕੋਈ। ਹੁਣ ਇਹਨਾਂ ਵਿੱਚ ਤੇ ਸਾਡੇ ਵਿੱਚ ਫਰਕ ਨਹੀਂ ਕੋਈ ਹੈਗਾ, ਮਹਾਰਾਜ ਕਹਿਣ ਲੱਗੇ। ਹਾਂਜੀ। ਇਹ ਏਕ ਕੀ ਦੇਹ ਜੋ ਦੋਈ। ਇੱਥੋਂ ਤੱਕ ਮਹਾਰਾਜ ਨੇ ਕਹਿ ਦਿੱਤਾ, ਪਿਆਰਿਓ, ਸਰੀਰ ਹੀ ਦੋ ਨੇ, ਹਾਂ ਅਸੀਂ ਹੁਣ ਇੱਕੋ ਹੀ ਜੀ। ਇਹ ਸੇਵਾ ਦਾ ਪ੍ਰਤਾਪ ਹੈ, ਜਿਸ ਨੂੰ ਪੂਰੀ ਸੰਗਤ ਵਿੱਚ ਗੁਰੂ ਅੰਗਦ ਦੇਵ ਸਾਹਿਬ ਇੰਨੀ ਵੱਡੀ ਵਡਿਆਈ ਦਿੰਦੇ ਹੋਣ, ਪਿਆਰਿਓ, ਕੋਈ ਛੋਟੀ ਹਸਤੀ ਹੋਏਗੀ ਜੀ। ਹਾਂਜੀ। ਬਿਦਤ ਭਏ ਗੁਰ ਸੰਗਤ ਮਾਹੇ। ਗੁਰ ਸ਼੍ਰੀ ਅਮਰ ਅਪਰ ਹੋਏ ਨਾਹੇ। ਬਸ ਸਭ ਬੋਲਣ ਵਾਲਿਆਂ ਦੇ ਮੁਖ ਚੁੱਪ ਹੋ ਗਏ ਜੀ। ਸੰਗਤਾਂ ਖੁਸ਼ ਹੋ ਗਈਆਂ ਤੇ ਸਾਰੇ ਕਹਿਣ ਲੱਗੇ ਜੀ, ਮਹਾਰਾਜ ਨੇ ਆਪਣਾ ਰੂਪ ਕਿਹਾ ਹੈ, ਉਹਦਾ ਕਾਰਨ ਇਹ ਹੈ ਇਹਨਾਂ ਸੇਵਾ ਹੀ ਬੜੀ ਕੀਤੀ ਹੈ। ਹਾਂਜੀ। ਪੁਨ ਬੋਲੇ ਮੁਖ ਚੰਦ ਸੁਦਾਸੇ। ਆਨੰਦ ਕੰਦ ਬਿਲੰਦ ਨਿਵਾਸੇ। ਤੇ ਅੱਜ ਮਹਾਰਾਜ ਨੇ ਪੁੱਛਿਆ, ਵੇਖੋ 12ਵਾਂ ਸਾਲ ਚੜ ਗਿਆ, 12ਵੇਂ ਸਾਲ ਜਾ ਕੇ ਮਹਾਰਾਜ ਨੇ ਪਰਿਵਾਰ ਬਾਰੇ ਪੁੱਛਿਆ। ਹਾਂਜੀ। ਸੁਨ ਪੁਰਖਾ ਗ੍ਰਹਿ ਸੰਤਤ ਕਿਆ ਹੈ। ਮਹਾਰਾਜ ਕਹਿੰਦੇ, ਪੁਰਖਾ
ਦੱਸ ਤੇਰੇ ਘਰ ਸੰਤਾਨ ਕਿੰਨੀ ਹੈ? ਮਹਾਰਾਜ ਕਹਿਣ ਲੱਗੇ ਹਾਂਜੀ, ਦੋਹਿਤਾ ਪੁੱਤਰ ਭਏ ਸੋ ਕਹਾਂ ਹੈ। ਪੁੱਤਰ ਧੀਆਂ ਕਿੱਥੇ ਨੇ? ਮਹਾਰਾਜ ਕਹਿਣ ਲੱਗੇ ਸਾਰੇ ਹਾਂਜੀ। ਹਾਥ ਜੋਰ ਕਰ ਬਿਨੈ ਬਖਾਨੀ। ਤੇ ਅੱਗੋਂ ਬਾਬਾ ਅਮਰਦਾਸ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਭ ਰਾਵਰ ਕੋ ਗਿਆਤ ਮਹਾਨੀ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਇਹ ਨਹੀਂ ਵੀ ਮੈਨੂੰ ਪੁੱਛਿਆ ਤੇ ਮੈਂ ਹੁਣ ਛੇਤੀ ਛੇਤੀ ਆਪਣਾ ਕੰਮ ਚਾਲੂ ਕਰਾਂ, ਨਹੀਂ। ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਤੁਹਾਨੂੰ ਸਾਰਾ ਹੀ ਪਤਾ, ਮੇਰੇ ਘਰ ਕੀ ਸੰਤਾਨ ਹੈ, ਘਰ ਦਾ ਕੀ ਹਾਲਾਤ ਹੈ, ਮਹਾਰਾਜ ਤੁਹਾਨੂੰ ਸਾਰਾ ਪਤਾ। ਬਸ ਇਸ ਗੱਲ ਤੇ ਭਰੋਸਾ ਰੱਖਣਾ ਬੜੀ ਵੱਡੀ ਗੱਲ 'ਚ ਹੈ ਹਾਂਜੀ। ਤਦਪ ਜੋ ਪੁੱਛੋ ਸਮ ਅਨਜਾਣੇ। ਫਿਰ ਵੀ ਜੇ ਮਹਾਰਾਜ ਤੁਸੀਂ ਮੈਨੂੰ ਪੁੱਛਦੇ ਹੋ, ਕਹੋ ਸੁਨੋ ਗੁਣ ਖਾਨ ਮਹਾਨੇ। ਤੇ ਫਿਰ ਮਹਾਰਾਜ ਮੈਂ ਤੁਹਾਨੂੰ ਦੱਸ ਦੇਣਾ, ਮਹਾਰਾਜ ਸਰਵਣ ਕਰੋ ਹਾਂਜੀ। ਦੋਏ ਪੁੱਤਰ ਹੈ ਮੋਹਨ ਮੋਹਰੀ। ਮਹਾਰਾਜ ਮੇਰੇ 2 ਪੁੱਤਰ ਹਨ, ਗੱਜ ਕੇ ਆਖੋ ਵਾਹਿਗੁਰੂ। 12ਵੇਂ ਸਾਲ ਜਾ ਕੇ ਇਹ ਗੱਲ ਹੋਈ ਜੀ। ਇੱਥੇ ਬੰਦਾ ਪਹਿਲੇ 2-3 ਦਿਨ ਆਉਂਦਾ, ਉਹ ਸੋਚਦਾ ਵੀ ਹੁਣ ਮੇਰਾ ਸਤਿਕਾਰ ਕਿਉਂ ਨਹੀਂ ਹੋ ਰਿਹਾ। ਮਹਾਰਾਜ ਮੇਰੇ 2 ਪੁੱਤਰ ਨੇ, ਇੱਕ ਪੁੱਤਰ ਦਾ ਨਾਮ ਹੈ ਮੋਹਨ, ਇੱਕ ਦਾ ਨਾਮ ਹੈ ਮੋਹਰੀ ਹਾਂਜੀ। ਦਵੈ ਤਨੀਆ ਸਭ ਕਿਰਪਾ ਤੋਰੀ। ਤੇ 2 ਮੇਰੀਆਂ ਧੀਆਂ ਨੇ ਸੱਚੇ ਪਾਤਸ਼ਾਹ। ਤੇ ਪਤਾ ਨਾਲ ਕੀ ਕਿਹਾ? 2 ਪੁੱਤ ਤੇ 2 ਧੀਆਂ ਤੁਹਾਡੀ ਕਿਰਪਾ ਨਾਲ ਹਨ, ਆਪਣਾ ਕੋਈ ਮਾਣ ਨਹੀਂ ਜੀ। ਗੱਲਬਾਤ ਦਾ ਤਰੀਕਾ ਸੁਣ ਲਓ, ਕਿਵੇਂ ਗੱਲ ਕਰਨੀ ਹੈ ਜੀ। ਬੰਦੇ ਨੂੰ ਗੱਲ ਨਹੀਂ ਕਰਨੀ ਆਉਂਦੀ ਜੀ। 2 ਪੁੱਤਰੀਆਂ ਸਨ, ਇੱਕ ਦਾ ਨਾਮ ਸੀ ਬੀਬੀ ਭਾਨੀ ਜੀ, ਇੱਕ ਦਾ ਨਾਮ ਸੀ ਬੀਬੀ ਦਾਨੀ ਜੀ ਹਾਂਜੀ। ਸੁਨ ਬੋਲੇ ਸੁਨ ਪੁਰਖਾ ਅਬੈ, ਹਿਤ ਲਾਇਕ ਤੋਹੇ ਭਾਖੋਂ ਸਬੈ। ਮਹਾਰਾਜ ਕਹਿਣ ਲੱਗੇ ਫਿਰ ਪੁਰਖਾ ਹੁਣ ਇੱਕ ਗੱਲ ਧਿਆਨ ਨਾਲ ਸੁਣ ਲਾ। ਮਹਾਰਾਜ ਕਹਿਣ ਲੱਗੇ ਤੁਹਾਡੇ ਭਲੇ ਲਈ ਕਹਿ ਰਹੇ ਆ ਹਾਂਜੀ। ਅਬ ਖਡੂਰ ਕੋ ਬਸਬੋ ਸ਼ੋਰ, ਅਪਰ ਸਥਾਨ ਬਾਸ ਕੋ ਟੋਰ। ਮਹਾਰਾਜ ਕਹਿਣ ਲੱਗੇ ਕਿਤੇ ਹੋਰ ਥਾਂ ਤੇ ਵਸੋ, ਹੁਣ ਜਾ ਕੇ ਖਡੂਰ ਸਾਹਿਬ ਨਹੀਂ ਰਹਿਣਾ। ਲੋਕ ਈਰਖਾ ਕਰਨਗੇ, ਕਿਉਂ? ਪਤਾ ਇਹਨਾਂ ਦੀ ਵਡਿਆਈ ਬੜੀ ਵੱਡੀ ਹੋ ਜਾਣੀ ਤੇ ਲੋਕਾਂ ਨੇ ਈਰਖਾ ਕਰਨੀ ਹੈ। ਖਡੂਰ ਸਾਹਿਬ ਵਿੱਚ ਨਹੀਂ ਰਹਿਣਾ, ਹੋਰ ਥਾਂ ਲੱਭੋ ਆਪਣੇ ਵਾਸਤੇ ਹਾਂਜੀ। ਸ਼੍ਰੀ ਨਾਨਕ ਮੋਹਿ ਦੀਨ ਗੁਰਾਈ। ਵੇਖ ਲੋ ਗੱਲਾਂ ਗੱਲਾਂ 'ਚ ਇਸ਼ਾਰਾ ਵੀ ਕਰੀ ਜਾਂਦੇ। ਗੁਰੂ ਅੰਗਦ ਸਾਹਿਬ ਕਹਿਣ ਲੱਗੇ ਜਦੋਂ ਮੈਨੂੰ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਦਿੱਤੀ ਸੀ ਨਾ ਹਾਂਜੀ, ਕਿਰਪਾ ਧਾਰ ਪੁਨ ਗਿਰਾ ਅਲਾਈ। ਤੇ ਮੈਨੂੰ ਮਹਾਰਾਜ ਨੇ ਇਸ ਤਰ੍ਹਾਂ ਆਖਿਆ ਸੀ ਹਾਂਜੀ। ਹਮ ਜਹ ਬਸੈ ਥਾਨ ਦੇਹੁ ਤਿਆਗ। ਕੀ ਆਖਿਆ ਸੀ ਮੈਨੂੰ? ਮੈਨੂੰ ਮਹਾਰਾਜ ਨੇ ਕਿਹਾ ਸੀ ਜਿਸ ਥਾਂ ਤੇ ਅਸੀਂ ਰਹਿੰਦੇ ਉਹ ਥਾਂ ਛੱਡ ਦੇ। ਇਸੇ ਕਰਕੇ ਗੁਰੂ ਅੰਗਦ ਸਾਹਿਬ ਕਰਤਾਰਪੁਰ ਸਾਹਿਬ ਛੱਡ ਕੇ ਆ ਗਏ ਸਨ ਜੀ ਹਾਂਜੀ। ਅਪਰ ਸਥਲ ਕਰ ਥਿਤ ਬੜ ਭਾਗ। ਤੇ ਮੈਨੂੰ ਆਖਿਆ ਸੀ ਕਿਸੇ ਹੋਰ ਥਾਂ ਤੇ ਰਹੋ, ਹੋਰ ਟਿਕਾਣਾ ਬਣਾਓ ਹਾਂਜੀ। ਤਬ ਕੇ ਹਮ ਖਡੂਰ ਮਹਿ ਆਏ। ਤੇ ਪੁਰਖਾ ਉਸ ਸਮੇਂ ਤੋਂ ਅਸੀਂ ਖਡੂਰ ਸਾਹਿਬ ਆ ਗਏ ਹਾਂਜੀ। ਬਸ ਤੇ ਸੰਮਤ ਕਿਤਕ ਬਿਤਾਏ। ਕਈ ਸਾਲਾਂ ਤੋਂ ਅਸੀਂ ਇਸੇ ਧਰਤੀ ਤੇ ਰਹਿ ਰਹੇ ਹਾਂ ਹਾਂਜੀ। ਸ਼੍ਰੀ ਚੰਦ ਅਰ ਲਖਮੀ ਦਾਸ। ਤੇ 2 ਪੁੱਤਰ ਸਨ ਮਹਾਰਾਜ ਦੇ, ਹੁਣ ਵੀ ਨੇ। ਮਹਾਰਾਜ ਕਹਿਣ ਲੱਗੇ ਇੱਕ ਦਾ ਨਾਮ ਹੈ ਸ੍ਰੀ ਚੰਦ ਜੀ, ਇੱਕ ਦਾ ਨਾਮ ਹੈ ਲਖਮੀ ਦਾਸ ਜੀ ਹਾਂਜੀ। ਪਿਤ ਸਥਾਨ ਤਿਨ ਕਰਿਓ ਨਿਵਾਸ। ਤੇ ਪਿਤਾ ਦੀ ਥਾਂ ਤੇ ਪੁੱਤਰ ਰਹਿ ਰਹੇ ਹੈ, ਕਿਉਂਕਿ ਗੁਰਤਾ ਗੱਦੀ ਦਾ ਸੰਬੰਧ ਬਾਹਰੀ ਥਾਂ ਨਾਲ ਨਹੀਂ ਹੈ, ਗੁਰਤਾ ਗੱਦੀ ਦਾ ਸੰਬੰਧ ਹਿਰਦੇ ਦੀ ਥਾਂ ਨਾਲ ਹੈ। ਗੱਜ ਕੇ ਆਖੋ ਵਾਹਿਗੁਰੂ। ਹਿਰਦਾ ਚਾਹੀਦਾ ਜਿੱਥੇ ਗੁਰੂ ਸਾਹਿਬ ਨੇ ਸੱਜਣਾ, ਬਾਹਰੀ ਥਾਂ ਦੇ ਨਾਲ ਗੁਰਤਾ ਗੱਦੀ ਦਾ ਕੋਈ ਸੰਬੰਧ ਨਹੀਂ ਹੈਗਾ ਜੀ ਹਾਂਜੀ। ਤੈਸੇ ਤੁਮ ਥਲ ਅਪਰ ਬਨਾਏ। ਜਿਵੇਂ ਮੈਨੂੰ ਗੁਰੂ ਨਾਨਕ ਸਾਹਿਬ ਨੇ ਹੋਰ ਥਾਂ ਤੇ ਭੇਜਿਆ ਨਾ, ਮਹਾਰਾਜ ਕਹਿੰਦੇ ਉਵੇਂ ਹੁਣ ਤੁਸੀਂ ਵੀ ਹੋਰ ਥਾਂ ਤੇ ਚਲੇ ਜਾਓ ਹਾਂਜੀ। ਬਸ ਹੋ ਤਹਾਂ ਸਭ ਬਿਦ ਸੁਖ ਪਾਏ। ਉੱਥੇ ਵਸੋ, ਹਰ ਤਰੀਕੇ ਨਾਲ ਸੁਖ ਮਾਣੋ ਹਾਂਜੀ। ਦਾਸੂ ਦਾਤੂ ਸਦਨ ਰਹੇਂਗੇ। ਕਿਉਂ?
ਸਾਡੇ ਵੀ 2 ਪੁੱਤਰ ਨੇ, ਗੱਜ ਕੇ ਆਖੋ ਵਾਹਿਗੁਰੂ। ਇੱਕ ਦਾ ਨਾਮ ਹੈ ਭਾਈ ਦਾਸੂ ਜੀ, ਇੱਕ ਦਾ ਨਾਮ ਹੈ ਭਾਈ ਦਾਤੂ ਜੀ। ਉਹ ਘਰ ਵਿੱਚ ਰਹਿਣਗੇ ਇੱਥੇ। ਹਾਂਜੀ। ਪਿਕਹਿ ਨਾ ਤੁਮ ਇਰਖਾ ਨਾ ਲਹੇਂਗੇ। ਕਿਉਂ? ਕਿਉਂਕਿ ਤੁਹਾਡੀ ਮਹਿਮਾ ਬੜੀ ਵੱਡੀ ਹੋਣੀ ਹੈ। ਸੇਵਾ ਸਿਮਰਨ ਵਾਲੇ ਦਾ ਪ੍ਰਤਾਪ ਵੱਧਦਾ ਜੀ। ਤੁਹਾਡੀ ਮਹਿਮਾ ਬੜੀ ਵੱਡੀ ਹੋਣੀ ਹੈ, ਤੇ ਐਸਾ ਨਾ ਹੋਵੇ ਸਾਡੇ ਪੁੱਤਰ ਹੀ ਵੇਖ ਕੇ ਤੁਹਾਡੇ ਤੋਂ ਈਰਖਾ ਕਰਨ ਲੱਗ ਪੈਣ ਜੀ, ਤੁਹਾਡੇ ਨਾਲ ਈਰਖਾ ਕਰਨ। ਹਾਂਜੀ। ਨਾਹੇ ਤਾਂ ਦੇਖ ਪ੍ਰਤਾਪ ਤਿਹਾਰੋ, ਜਰਹਿ ਹਿਰਦੈ ਨਹਿ ਪਰਹਿ ਬਿਗਾਰੋ। ਕਿਉਂ? ਉਹਨਾਂ ਨੇ ਤੁਹਾਡਾ ਪ੍ਰਤਾਪ, ਵੱਡਾ ਪ੍ਰਤਾਪ, ਉਹਨਾਂ ਨੂੰ ਸਹਿਣ ਨਹੀਂ ਹੋਣਾ। ਅਸਲ ਵਿੱਚ ਸੰਗਤ ਜੀ, ਬੰਦੇ ਦੇ ਵਿੱਚ ਨਾ ਨਾਮ ਦੀ ਕਮਾਈ ਘੱਟ ਹੋਣ ਕਰਕੇ ਈਰਖਾ ਜਨਮ ਲੈਂਦੀ ਹੈ ਜੀ। ਭਜਨ ਕਰੋ, ਸਿਮਰਨ ਕਰੋ, ਗੁਰੂ ਸਾਹਿਬ ਈਰਖਾ ਤੋਂ ਬਚਾ ਕੇ ਰੱਖਦੇ ਜੀ। ਨਹੀਂ ਤੇ ਕੋਈ ਕਿਸੇ ਦੇ ਬਰਾਬਰ ਹੋਵੇ, ਕੋਈ ਵੇਖ ਕੇ ਜਰਦਾ ਹੀ ਨਹੀਂ ਜੀ। ਡਾਕਟਰ ਨੂੰ ਵੇਖ ਕੇ ਨਹੀਂ ਜਰਨ ਦਿਆ ਜੀ, ਵਕੀਲ ਨੂੰ ਵੇਖ ਕੇ ਨਹੀਂ ਜਰਦਾ। ਜਦੋਂ ਸਿਮਰਨ ਬੰਦਾ ਕਰਦਾ ਨਾ ਜੀ, ਤੇ ਸਿਮਰਨ ਕਰਕੇ ਸੋਝੀ ਪ੍ਰਾਪਤ ਹੁੰਦੀ ਹੈ। ਇਹ ਵੀ ਵਾਹਿਗੁਰੂ ਦਾ ਦਿੱਤਾ ਖਾ ਰਿਹਾ, ਮੈਂ ਵੀ ਵਾਹਿਗੁਰੂ ਦਾ ਦਿੱਤਾ ਖਾ ਰਿਹਾ, ਤੇ ਫਿਰ ਈਰਖਾ ਕਾਹਦੀ ਹੈ? ਪਰ ਇਹ ਅਵਸਥਾ ਐਵੇਂ ਨਹੀਂ ਬਣਦੀ। ਹਾਂਜੀ। ਦੋਹਰਾ ਇਸ ਪ੍ਰਕਾਰ ਕਹਿ ਮ੍ਰਿਦਲ ਬਚ, ਧੀਰਜ ਦਈ ਬੇਸਾਲ। ਇਸ ਤਰੀਕੇ ਨਾਲ ਬੜੇ ਮਿੱਠੇ ਬਚਨ ਕੀਤੇ ਮਹਾਰਾਜ ਨੇ, ਤੇ ਧੀਰਜ ਦਿੱਤਾ। ਦਿਨ ਸੋ ਨਿਸਾ ਬਿਤਾਏ ਕੈ, ਬੈਠੇ ਪਰਮ ਕਿਰਪਾਲ। ਤੇ ਰਾਤ ਬਤੀਤ ਹੋ ਗਈ ਜੀ, ਉਹ ਦਿਨ ਵੀ ਲੰਘ ਗਿਆ, ਰਾਤ ਵੀ ਬਤੀਤ ਹੋ ਗਈ ਜੀ। ਹਾਂਜੀ। ਦੋਹਰਾ ਅਗਲੇ ਦਿਨ ਸ੍ਰੀ ਸਤਿਗੁਰੂ ਬੈਠੇ ਸੰਗਤ ਬੀਚ। ਹੁਣ ਗੱਲ ਧਿਆਨ ਨਾਲ ਸੁਣਿਓ, ਇਹ ਸਾਰੀ ਗੱਜ ਕੇ ਆਖੋ ਵਾਹਿਗੁਰੂ। ਜੇ ਧਿਆਨ ਇੱਧਰ ਉੱਧਰ ਚਲੇ ਗਿਆ ਤੇ ਲੜੀ ਨਹੀਂ ਤੇ ਜੁੜਨੀ, ਸਮਝ ਨਹੀਂ ਆਉਣਾ। ਜੇ ਮਹਾਰਾਜ ਨੇ ਆਖਿਆ ਵੀ ਕਿਤੇ ਹੋਰ ਜਾ ਕੇ ਰਹੋ, ਤੇ ਗੁਰੂ ਸਾਹਿਬ ਨੂੰ ਵੀ ਪਤਾ ਵੀ ਇਹਨਾਂ ਕੋ ਤੇ ਹੋਰ ਕੋਈ ਥਾਂ ਨਹੀਂ ਹੈਗੀ। ਆਪਣੇ ਪਿੰਡ ਗਿਆ ਨੂੰ ਤੇ 12 ਸਾਲ ਹੋ ਗਏ, ਤੇ ਕਿੱਥੇ ਜਾਣਾ? ਪਿਆਰਿਓ, ਚੇਤਾ ਰੱਖਿਓ, ਜੇ ਗੁਰੂ ਸਾਹਿਬ ਇਸ ਰਸਤੇ ਤੇ ਟੈਸਟ ਲੈ ਲੈਣ, ਬਾਹਰ ਦਾ ਟੀਚਰ ਜਦੋਂ ਟੈਸਟ ਲੈਂਦਾ ਹੈ, ਉਹ ਲਾਗੇ ਖਲੋਤਾ ਰਹਿੰਦਾ, ਦੱਸਦਾ ਕੁਝ ਨਹੀਂ, ਮਦਦ ਨਹੀਂ ਕਰਦਾ, ਕਹਿੰਦਾ ਜੋ ਪੜ੍ਹਾਇਆ ਹੁਣ ਇਹਦਾ ਜਵਾਬ ਦੇ। ਪਰ ਜੇ ਕਿਤੇ ਮਹਾਰਾਜ ਪ੍ਰੀਖਿਆ ਲੈ ਲੈਣਾ ਨਾ, ਤੇ ਮਹਾਰਾਜ ਨਾਲ ਨਾਲ ਥਾਪੜਾ ਵੀ ਦੇਈ ਜਾਂਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਰਾਹ ਵੀ ਬਣਾਈ ਜਾਂਦੇ, ਆਪੇ ਹੀ ਸਹਾਇਤਾ ਕਰਦੇ ਆ। ਬਸ ਅਗਲੇ ਦਿਨ ਹੀ ਜਦੋਂ ਮਹਾਰਾਜ ਸੰਗਤ ਵਿੱਚ ਬੈਠੇ ਸਨ ਨਾ, ਗੁਰੂ ਅੰਗਦ ਸਾਹਿਬ ਜੀ। ਹਾਂਜੀ। ਕਰਤ ਕਿਰਤਾਰਥ ਸੇਵਕਨ, ਦਰਸਤ ਊਚ ਰੋ ਨੀਚ। ਤੇ ਬੜੇ ਸੇਵਕ ਮਹਾਰਾਜ ਦੇ ਹਜੂਰ ਬੈਠੇ ਆ, ਬੜੇ ਲੋਕ ਆ ਕੇ ਬੈਠੇ, ਬੜੀ ਵੱਡੀ ਤਾਦਾਦ ਚ ਸੰਗਤ ਬੈਠੀ ਹੈ। ਹਾਂਜੀ। ਚੌਪਈ ਇੱਕ ਗੋਂਦਾ ਖੱਤਰੀ ਤਹ ਆਇਓ। ਉੱਥੇ ਸੰਗਤ ਵਿੱਚ ਇੱਕ ਗੋਂਦਾ ਖੱਤਰੀ ਆਇਆ ਜੀ, ਗੋਂਦਾ। ਹਾਂਜੀ। ਦਰਸ਼ਨ ਦੇਖਤ ਸੀਸ ਨਿਵਾਇਓ। ਸਾਰੀ ਸੰਗਤ ਦੇ ਵਿੱਚ ਭਾਈ ਗੋਂਦਾ ਜੀ ਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ। ਆਪਾਂ ਵੀ ਟੇਕੀਏ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਹਾਥ ਜੋੜ ਕਰ ਬਿਨੈ ਬਖਾਨੀ। ਤੇ ਭਾਈ ਗੋਂਦਾ ਜੀ ਨਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਸ੍ਰੀ ਗੁਰ ਤੁਮਰੀ ਸਿਫਤ ਮਹਾਨੀ। ਹੇ ਸੱਚੇ ਪਾਤਸ਼ਾਹ ਮਹਾਰਾਜ, ਮੈਂ ਤੁਹਾਡਾ ਬੜਾ ਜਸ ਸੁਣਿਆ, ਤੁਹਾਡੀਆਂ ਬੜੀਆਂ ਸਿਫਤਾਂ ਸੁਣੀਆਂ ਮੈਂ। ਹਾਂਜੀ। ਸੁਨਤ ਰਹਿਓ ਬਹੁ ਲੋਕ ਭਨੰਤੇ। ਲੋਕ ਤੁਹਾਡਾ ਬੜਾ ਜਸ ਕਰਦੇ, ਤੁਹਾਡੀਆਂ ਸਿਫਤਾਂ ਕਰਦੇ, ਵਡਿਆਈਆਂ ਕਰਦੇ। ਭਾਈ ਜਿਹੜਾ ਗੁਰੂ ਅੰਗਦ ਦੇਵ ਸਾਹਿਬ ਜੀ ਕੋ ਜਾਂਦਾ, ਉਹਦੇ ਦੁੱਖ ਦੂਰ ਹੋ ਜਾਂਦੇ ਆ। ਮਹਾਰਾਜ ਮੈਂ ਤੁਹਾਡੀਆਂ ਬੜੀਆਂ ਸਿਫਤਾਂ ਸੁਣੀਆਂ ਨੇ। ਹਾਂਜੀ। ਕਰਹਿ ਸਰਾਹਨ ਜੇ ਮਤਵੰਤੇ। ਤੇ ਮਹਾਰਾਜ ਗਰੀਬ ਨਵਾਜ ਜਿਹੜੇ ਸਿਆਣੇ ਸਿਆਣੇ ਲੋਕ ਹੈ ਨਾ, ਉਹ ਵੀ ਤੁਹਾਡੀ ਬੜੀ ਸਿਫਤ ਕਰਦੇ ਮਹਾਰਾਜ। ਹਾਂਜੀ। ਗੁਪਤ ਪ੍ਰਗਟ ਜਗ ਜੀਵ ਬਿਸਾਲੈ।
ਸਭ ਸਤਿਗੁਰ ਕੀ ਆਇਸ ਚਾਲੈ। ਤੇ ਮੈਨੂੰ ਇਹ ਵੀ ਪਤਾ ਹੈ ਇਸ ਸੰਸਾਰ ਵਿੱਚ ਗੁਪਤ ਤੇ ਪ੍ਰਗਟ ਜੀਵ ਸਾਰੇ ਤੁਹਾਡੇ ਹੁਕਮ ਵਿੱਚ ਹਨ। ਗੱਜ ਕੇ ਆਖੋ ਵਾਹਿਗੁਰੂ। ਇੱਕ ਹੈ ਪ੍ਰਗਟ ਆਪਾਂ ਦੇਖ ਰਹੇ ਹਾਂ, ਇੱਕ ਹੈ ਸੰਗਤ ਜੀ ਗੁਪਤ ਜਿਹੜੇ ਦਿਸਦੇ ਨਹੀਂ ਹੈ ਪਰ ਹੁੰਦੇ ਆ, ਉਹ ਵੀ ਮਾਤਾ ਦੇ ਹੁਕਮ 'ਚ ਚੱਲਦੇ ਆ ਜੀ। ਹਾਂਜੀ। ਮੇਰੇ ਗ੍ਰਾਮ ਉਜਾਰ ਪਰਿਓ ਹੈ। ਹੇ ਸੱਚੇ ਪਾਤਸ਼ਾਹ, ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਇਆ। ਮੇਰਾ ਪਿੰਡ ਮਹਾਰਾਜ ਉੱਜੜ ਗਿਆ ਸੱਚੇ ਪਾਤਸ਼ਾਹ, ਮੇਰਾ ਪਿੰਡ ਉੱਜੜਿਆ ਪਿਆ ਸਾਰਾ। ਹਾਂਜੀ। ਸਰਬ ਭੂਤ ਨੇ ਬਾਸ ਕਰਿਓ ਹੈ। ਕਿਉਂ? ਕਿਉਂਕਿ ਸੱਚੇ ਪਾਤਸ਼ਾਹ ਉਥੇ ਭੂਤ ਨੇ ਵਸਦੇ ਐ। ਗੱਜ ਕੇ ਆਖੋ ਵਾਹਿਗੁਰੂ। ਵੇਖਦੇ ਨਹੀਂ ਐ ਪਰ ਵਸਣ ਵੀ ਨਹੀਂ ਦਿੰਦੇ ਕਿਸੇ ਨੂੰ। ਹਾਂਜੀ। ਦੇਵ ਜਿਨ ਬਹੁ ਪ੍ਰੇਤਨ ਜਾਤੀ, ਤਹਾਂ ਕੀਨ ਬਾਸੋ ਉਤਪਾਤੀ। ਮਹਾਰਾਜ ਪ੍ਰੇਤਾਂ ਦੀਆਂ ਬੜੀਆਂ ਕਿਸਮਾਂ ਨੇ, ਕਿਸੇ ਨੂੰ ਵਸਣ ਨਹੀਂ ਦਿੰਦੇ ਮਹਾਰਾਜ। ਸਾਧ ਸੰਗਤ ਜੀ, ਕਈ ਖੰਡਰ ਧਰਤੀਆਂ ਅੱਜ ਵੀ ਪਈਆਂ ਨੇ, ਜੇ ਉੱਥੇ ਜਾ ਕੇ ਕੋਈ ਵਸਣ ਲੱਗ ਪਏ, ਵਸਣ ਨਹੀਂ ਦਿੰਦੇ ਉੱਥੋਂ ਦੇ ਲੋਕ, ਜਿਹੜੀ ਗੁਪਤ ਫੌਜ ਰਹਿ ਰਹੀ ਹੁੰਦੀ ਹੈ। ਹਾਂਜੀ। ਕੇਤੇ ਲੱਖ ਪ੍ਰੇਤ ਕੋ ਡੇਰੇ। ਮਹਾਰਾਜ ਪਤਾ ਨਹੀਂ ਲੱਖਾਂ ਹੀ ਪ੍ਰੇਤ ਉੱਥੇ ਰਹਿੰਦੇ ਮਹਾਰਾਜ, ਲੱਖਾਂ ਹੀ ਪ੍ਰੇਤ। ਹੁਣ ਪ੍ਰੇਤ ਤੇ ਇੱਕ ਨਹੀਂ ਮਾਣ ਹੈਗਾ ਜੀ। ਹਾਂਜੀ। ਫਿਰ ਇਹ ਜਹਾਂ ਕਹਿ ਦੇਸ ਕਨੇਰੇ। ਤੇ ਮਹਾਰਾਜ ਉਹ ਸੱਚੇ ਪਾਤਸ਼ਾਹ ਪਿੰਡ ਵਿੱਚ ਫਿਰਦੇ ਰਹਿੰਦੇ ਆ, ਫਿਰਦੇ ਰਹਿੰਦੇ ਆ। ਹਾਂਜੀ। ਕਰਹਿ ਸਤਿਤੀ ਗ੍ਰਾਮ ਮਮ ਆਏ। ਹਾਂਜੀ। ਨਰ ਕੋ ਤਹਿ ਬਸਨ ਨਾ ਪਾਏ। ਤੇ ਮਹਾਰਾਜ ਉਹਨਾਂ ਪ੍ਰੇਤਾਂ ਦਾ ਮੁੱਖ ਮਕਸਦ ਪਤਾ ਕੀ ਹੈ? ਮੇਰੇ ਪਿੰਡ ਵਿੱਚ ਕਿਸੇ ਨੂੰ ਵਸਣ ਨਹੀਂ ਦਿੰਦੇ। ਗੱਜ ਕੇ ਆਖੋ ਵਾਹਿਗੁਰੂ। ਵਸਣ ਨਹੀਂ ਦੇਣਾ, ਖਾਲੀ ਥਾਵਾਂ ਤੇ ਰਹਿੰਦੇ ਆ। ਹਾਂਜੀ। ਦੋਹਰਾ ਕਰਤੇ ਕੰਧ ਉਸਾਰ ਕੈ, ਦਿਨ ਮਹਿ ਮਾਨਵ ਬ੍ਰਿੰਦ। ਨਿਸਾ ਪਰੈ ਟਾਹਤ ਸਕਲ, ਭੀਮ ਕਰੂਪ ਬਿਲੰਦ। ਤੇ ਉਹ ਦੱਸਣ ਲੱਗਾ, ਕਹਿੰਦਾ ਮਹਾਰਾਜ ਮੈਂ ਕੀ ਦੱਸਾਂ। ਸਵੇਰੇ ਬੰਦੇ ਕੰਧਾਂ ਬਣਾ ਕੇ ਜਾਂਦੇ ਆ, ਰਾਤ ਢਾਹ ਦਿੰਦੇ ਆ ਮਹਾਰਾਜ। ਉਹ ਤੇ ਮਕਾਨ ਹੀ ਨਹੀਂ ਬਣਨ ਦਿੰਦੇ ਕੋਈ, ਤੇ ਰਹਿਣਾ ਕਿੱਥੇ ਆ ਕਿਸੇ ਨੇ। ਹਾਂਜੀ। ਚੌਪਈ ਕਈ ਬਾਰ ਮੈਂ ਆਨ ਬਸਾਏ। ਕਈ ਵਾਰੀ ਮਕਾਨ ਛੋਟੇ ਮੋਟੇ ਬਣਵਾ ਕੇ ਤੇ ਮੈਂ ਲੋਕਾਂ ਨੂੰ ਵਸਾਇਆ ਮਹਾਰਾਜ ਉੱਥੇ। ਹਾਂਜੀ। ਤਰਾਸ ਦੇਤ ਮਾਰਤ ਉਜਰਾਏ। ਪਰ ਮਹਾਰਾਜ ਉਹ ਜਿਹੜੇ ਪ੍ਰੇਤ ਰਹਿੰਦੇ ਆ ਨਾ, ਉਹ ਭਜਾ ਦਿੰਦੇ ਮਹਾਰਾਜ ਉੱਥੋਂ, ਬੰਦੇ ਭਜਾ ਦਿੰਦੇ। ਕਈ ਬੰਦਿਆਂ ਦੀ ਮੌਤ ਹੋਈ ਹੈ ਸੱਚੇ ਪਾਤਸ਼ਾਹ ਉੱਥੇ। ਹਾਂਜੀ। ਤਹਾਂ ਆਪਨੇ ਚਰਨ ਫਿਰਾਵੋ। ਤੇ ਮੇਰੀ ਬੇਨਤੀ ਹੈ ਮਹਾਰਾਜ, ਮੇਰੇ ਪਿੰਡ ਚਰਨ ਪਾਓ ਸੱਚੇ ਪਾਤਸ਼ਾਹ। ਹਾਂਜੀ। ਕਿਰਪਾ ਕਰਹੁ ਸੋ ਗ੍ਰਾਮ ਬਸਾਓ। ਮੈਨੂੰ ਭਰੋਸਾ ਹੈ ਸੱਚੇ ਪਾਤਸ਼ਾਹ, ਜਦੋਂ ਤੁਹਾਡੇ ਚਰਨ ਪੈ ਗਏ ਮੇਰਾ ਪਿੰਡ ਵਸ ਜਾਣਾ। ਤੇ ਸ਼ੱਕ ਨਹੀਂ ਹੈ, ਸਿੱਖ ਦਾ ਭਰੋਸਾ ਸੱਚਾ ਹੈ। ਜਿੱਥੇ ਸਤਿਗੁਰੂ ਦੇ ਚਰਨ ਪਾ ਜਾਣ, ਉਜੜੀਆਂ ਥਾਵਾਂ ਵੀ ਵਸ ਜਾਂਦੀਆਂ ਹਨ ਜੀ। ਸਤਿਗੁਰੂ ਦੇ ਚਰਨਾਂ ਵਿੱਚ ਇੰਨਾ ਪ੍ਰਤਾਪ ਹੈ। ਹਾਂਜੀ। ਆਪ ਲੇਹੋ ਛਿਤ ਬਾਂਛਤ ਤੇ ਜੇਤੀ। ਮਹਾਰਾਜ ਜਿੰਨੀ ਧਰਤੀ ਚਾਹੀਦੀ ਤੁਸੀਂ ਲੈ ਲਓ, ਪਰ ਮਹਾਰਾਜ ਚਰਨ ਪਾਓ ਤੇ ਪਿੰਡ ਵਸਾ ਦਿਓ ਮਹਾਰਾਜ। ਹਾਂਜੀ। ਕੋ ਨਾ ਮੁਜਾਹਮ ਹੋਵਤ ਤੇਤੀ। ਤੇ ਤੁਹਾਨੂੰ ਰੋਕਣ ਵਾਲਾ ਵੀ ਕੋਈ ਨਹੀਂ ਮਹਾਰਾਜ, ਜਿੰਨੀ ਤੁਹਾਡੀ ਇੱਛਾ ਓਨੀ ਧਰਤੀ ਤੁਸੀਂ ਲੈ ਲਓ। ਹਾਂਜੀ। ਇਹ ਮਮ ਜਾਚਾ ਪੂਰ ਕਿਰਪਾਲਾ। ਇਹ ਮੇਰੀ ਇੱਛਾ ਪੂਰੀ ਕਰੋ, ਕਿਰਪਾ ਕਰੋ, ਮਿਹਰ ਕਰੋ ਤੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਪਿੰਡ ਵਿੱਚ ਚਰਨ ਪਾਓ। ਹਾਂਜੀ। ਕਰਹੋ ਬਸਾਵਨ ਗ੍ਰਾਮ ਬਿਸਾਲਾ। ਤੇ ਮੇਰਾ ਪਿੰਡ ਵਸਾ ਦਿਓ ਕਿਸੇ ਨਾ ਕਿਸੇ ਤਰੀਕੇ ਨਾਲ। ਹਾਂਜੀ। ਸ਼੍ਰੀ ਅੰਗਦ ਸੁਨ ਬਿਨਤੀ ਐਸੇ। ਜਦੋਂ ਮਹਾਰਾਜ ਗਰੀਬ ਨਵਾਜ ਜੀ ਨੇ ਭਾਈ ਗੋਂਦਾ ਜੀ ਦੀ ਬੇਨਤੀ ਸੁਣੀ ਨਾ ਜੀ। ਹਾਂਜੀ। ਬੂਝਿਓ ਭਇਓ ਬਿਰਤਾਂਤ ਸੋ ਕੈਸੇ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਮਹਾਰਾਜ ਕਹਿੰਦੇ ਭਾਈ ਗੋਂਦੇ ਤੇਰਾ ਪਿੰਡ ਉਜੜਿਆ ਕਿਵੇਂ ਆ, ਇਹ ਤੇ ਪਹਿਲਾਂ ਸਾਨੂੰ ਦੱਸ। ਹਾਂਜੀ। ਕਬ ਕੋ ਡੇਰਾ ਪ੍ਰੇਤਨ ਪਾਇਓ। ਕਦੋਂ ਕਦਾ ਪ੍ਰੇਤ ਆ ਕੇ ਤੇ ਤੇਰੇ ਡੇਰੇ ਵਿੱਚ, ਤੇਰੇ ਪਿੰਡ ਵਿੱਚ ਰਹਿ ਰਹੇ ਆ।
ਹਾਂਜੀ। ਕਿਸ ਪ੍ਰਕਾਰ ਪੁਰ ਕੋ ਉਜਰਾਇਓ, ਕਿਵੇਂ ਤੇਰਾ ਪਿੰਡ ਸਾਰੇ ਦਾ ਸਾਰਾ ਉੱਜੜ ਗਿਆ। ਹਾਂਜੀ। ਬੈਠੇ ਸਕਲ ਪ੍ਰਸੰਗ ਸੁਨਾਵਹੁ, ਇਹ ਸਾਰੀ ਗੱਲ ਸਾਨੂੰ ਖੋਲ ਕੇ ਦੱਸ ਕਹਿਣ ਲੱਗੇ। ਹਾਂਜੀ। ਮਨ ਬਾਂਛਤ ਪੁਨ ਗੁਰ ਤੇ ਪਾਵਹੁ, ਤੇ ਕੋਈ ਗੱਲ ਨਹੀਂ, ਮਹਾਰਾਜ ਕਹਿਣ ਲੱਗੇ ਜੋ ਮੰਗਿਆ ਤੈਨੂੰ ਮਿਲੇਗਾ, ਪਿੰਡ ਤੇਰਾ ਵਸਾ ਦਿਆਂਗੇ, ਪਰ ਸਾਨੂੰ ਪਹਿਲਾਂ ਦੱਸ ਪਿੰਡ ਉਜੜਿਆ ਕਿਵੇਂ ਹੈ। ਹਾਂਜੀ। ਸੁਨ ਸਤਿਗੁਰ ਤੇ ਗੋਂਦਾ ਬੈਸ, ਤੇ ਸੁਣ ਕੇ ਭਾਈ ਗੋਂਦਾ ਜੀ ਬਹਿ ਕੇ ਕਹਿਣ ਲੱਗਿਓ ਬਿਰਤਾਂਤ ਜੋ ਹੈਸ, ਬੈਠ ਕੇ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਗੱਲ ਸੁਣਾਉਣ ਲੱਗੇ ਜੀ। ਹੁਣ ਸੁਣਿਓ, ਇਸ ਗੱਲ ਵਿੱਚ ਵੀ ਬੜੀ ਵੱਡੀ ਸਿੱਖਿਆ ਚ। ਹਾਂਜੀ। ਸ਼੍ਰੀ ਸਤਿਗੁਰ ਇਮ ਭਇਓ ਪ੍ਰਸੰਗ, ਮਹਾਰਾਜ ਖੇਡ ਇਸ ਤਰ੍ਹਾਂ ਹੈ। ਹਾਂਜੀ। ਝਗੜਾ ਹੋਤੋ ਸ਼ਰੀਕਨ ਸੰਗ, ਮੇਰਾ ਸ਼ਰੀਕੇ ਬਰਾਦਰੀ ਦੇ ਨਾਲ ਝਗੜਾ ਸੀਗਾ, ਲੜਾਈ ਸੀ ਮਹਾਰਾਜ। ਹਾਂਜੀ। ਆਪਸ ਮਹਿ ਬਹੁ ਬਾਦ ਉਠਾਵਾ, ਤੇ ਸ਼ਰੀਕੇ ਵਾਲੇ ਮੇਰੇ ਨਾਲ ਲੜ ਕੇ ਝਗੜਾ ਕਰਦੇ ਸਨ। ਮਹਾਰਾਜ ਸਾਡਾ ਝਗੜਾ ਪੈਦਾ ਹੋ ਗਿਆ। ਹਾਂਜੀ। ਬਹੁ ਮਿਲ ਭੀ ਨਹਿ ਝਗਰ ਚੁਕਾਵਾ, ਬੜੇ ਲੋਕ ਮਿਲੇ ਪਰ ਮਹਾਰਾਜ ਸਾਡਾ ਝਗੜਾ ਨਾ ਦੂਰ ਹੋਇਆ, ਮੁੱਕ ਨਾ ਸਕਿਆ। ਹਾਂਜੀ। ਦੋਨੋਂ ਦਿਸ ਝਗਰਤ ਚੱਲ ਗਏ, ਦੋਵੇਂ ਪਾਸੇ ਲੜਦੇ ਗੱਲ ਇੰਨੀ ਵੱਧ ਗਈ ਮਹਾਰਾਜ। ਹਾਂਜੀ। ਦਿੱਲੀ ਜਾਏ ਪ੍ਰਵੇਸ਼ਤ ਭਏ, ਵੀ ਦਿੱਲੀ ਜਾ ਕੇ ਵੀ ਖਬਰ ਕੀਤੀ, ਗੱਜ ਕੇ ਆਖੋ ਵਾਹਿਗੁਰੂ। ਜਿਹਨੂੰ ਅੱਜ ਆਪਾਂ ਹਾਈ ਕੋਰਟ ਕਹਿ ਦਿੰਦੇ। ਮੰਨ ਲਓ ਇੱਕ ਪ੍ਰਮਾਣ ਹੈ ਵੀ ਲੜਾਈ ਦਾ ਫੈਸਲਾ ਨਹੀਂ ਹੋਇਆ ਤਾਂ ਹਾਈ ਕੋਰਟ ਤੱਕ ਚਲੇ ਗਏ। ਜਿਵੇਂ ਕਹਿੰਦਾ ਮਹਾਰਾਜ ਅਸੀਂ ਤੇ ਦਿੱਲੀ ਤੱਕ ਗਏ। ਹਾਂਜੀ। ਤਹਾਂ ਨਿਆਉ ਕੋ ਇਮ ਠਹਿਰਾਇਓ, ਉੱਥੇ ਫਿਰ ਨਿਆਂ ਕੀਤਾ, ਉਥੋਂ ਦੇ ਹਾਕਮ ਨੇ ਫੈਸਲਾ ਕੀਤਾ। ਹਾਂਜੀ। ਧਰਮ ਕਰਹੁ ਨਿਜ ਪਦ ਲਿਹੁ ਪਾਇਓ, ਗੱਜ ਕੇ ਆਖੋ ਵਾਹਿਗੁਰੂ। ਸਹੁੰ ਖਾਣਾ ਆਪਣੇ ਧਰਮ ਦੀ ਮਰਿਆਦਾ ਨਹੀਂ ਹੈ, ਪਰ ਉਹਨਾਂ ਦੀ ਸੀ। ਕਹਿੰਦਾ ਮਹਾਰਾਜ ਉਹਨਾਂ ਨੇ ਦਿੱਲੀ ਵਾਲਿਆਂ ਨੇ ਨਾ ਸਹੁੰ ਚੁਕਾਈ ਵੀ ਸਹੁੰ ਖਾਵੋ, ਤੇ ਜਦੋਂ ਬੰਦਾ ਖਾ ਲੈਂਦਾ ਨਾ ਤੇ ਝੂਠੀ ਖਾਂਦਾ, ਤੇ ਜਦੋਂ ਪੈਂਦੀ ਹੈ ਫਿਰ ਪਤਾ ਲੱਗਦਾ। ਹਾਂਜੀ। ਤਬ ਮੈਂ ਸੁਨ ਕਰ ਹੋਇਓ ਤਿਆਰ, ਉਹ ਕਹਿਣ ਜ਼ਮੀਨ ਸਾਡੀ ਹੈ, ਮੈਂ ਕਹਾਂ ਜ਼ਮੀਨ ਮੇਰੀ ਹੈ। ਤੇ ਸਹੁੰ ਦੀ ਜਦੋਂ ਗੱਲ ਤੁਰੀ ਤੇ ਮਹਾਰਾਜ ਮੈਂ ਸਹੁੰ ਖਾਣ ਵਾਸਤੇ ਤਿਆਰ ਹੋ ਗਿਆ। ਹਾਂਜੀ। ਕੂਰਾ ਧਰਮ ਕੀਨ ਤਿਸ ਬਾਰ, ਤੇ ਮੈਂ ਉੱਥੇ ਕੀ ਕੀਤਾ, ਮੈਂ ਝੂਠੀ ਸਹੁੰ ਖਾ ਲਈ। ਗੱਜ ਕੇ ਆਖੋ ਵਾਹਿਗੁਰੂ। ਤੇ ਸਹੁੰ ਤੇ ਭਾਵੇਂ ਝੂਠੀ ਹੋਵੇ ਭਾਵੇਂ ਸੱਚੀ ਹੋਵੇ, ਚੇਤਾ ਰੱਖਿਓ ਸਹੁੰ ਨਹੀਂ ਖਾਣੀ। ਬਾਹਰ ਮਹਾਰਾਜ ਦੇ 52 ਬਚਨ ਲੱਗੇ ਆ, ਪੜ੍ਹ ਲਿਓ। ਉਹਨਾਂ ਵਿੱਚ ਲਿਖਿਆ ਸਹੁੰ ਖਾਣ ਵਾਲੇ ਤੇ ਭਰੋਸਾ ਨਹੀਂ ਕਰਨਾ। ਤੇ ਮੈਨੂੰ ਮਾਫ ਕਰਿਓ, ਸੱਚਾ ਬੰਦਾ ਤੇ ਸਹੁੰ ਵਾਲੇ ਪਾਸੇ ਨਹੀਂ ਜਾਂਦਾ, ਝੂਠੇ ਹੀ ਬਹੁਤੇ ਸਹੁੰਆਂ ਖਾਂਦੇ ਆ, ਝੂਠੇ ਹੀ ਖਾਂਦੇ ਆ। ਤੇ ਵੈਸੇ ਤਾਂ ਮੈਨੂੰ ਇਹ ਨਹੀਂ ਪਤਾ ਵੀ ਖਾ ਕਿਵੇਂ ਲੈਂਦੇ ਆ। ਗੱਜ ਕੇ ਆਖੋ ਵਾਹਿਗੁਰੂ। ਖਾਧੀ ਕਿਵੇਂ ਜਾਂਦੀ ਹੈ। ਇੱਕ ਸ਼ਬਦ ਬਣਿਆ ਵੀ ਸਹੁੰ ਖਾ, ਭਾਵ ਧਰਮ ਇਸ ਗੱਲ ਦੀ ਗਵਾਹੀ ਚੁੱਕੇਗਾ। ਹਾਂਜੀ। ਜੀਤ ਲੀਨ ਮੈਂ ਝਗੜਾ ਸਾਰੋ, ਮਹਾਰਾਜ ਉਹਨਾਂ ਨੇ ਸਹੁੰ ਨਾ ਖਾਧੀ ਤੇ ਮੈਂ ਖਾ ਲਈ, ਸਹੁੰ ਚੁੱਕ ਲਈ। ਤੇ ਮਹਾਰਾਜ ਮੈਂ ਜਿੱਤ ਗਿਆ, ਬਾਹਰੀ ਤੌਰ ਤੇ ਜਿੱਤ ਗਿਆ, ਪਰ ਹੈ ਮੈਂ ਝੂਠਾ ਸਾਂ ਮਹਾਰਾਜ। ਹਾਂਜੀ। ਅਵਨੀ ਲੀਨ ਹਰਖ ਕਰ ਭਾਰੋ, ਪਰ ਮੈਨੂੰ ਧਰਤੀ ਮਿਲ ਗਈ, ਮੈਂ ਧਰਤੀ ਲੈ ਕੇ ਬੜਾ ਖੁਸ਼ ਹੋਇਆ ਮਹਾਰਾਜ। ਹਾਂਜੀ। ਜਬ ਮੈਂ ਆਏ ਬਸਾਵਨ ਕੀਨਾ, ਤੇ ਜਦੋਂ ਮੈਂ ਆ ਕੇ ਨਗਰ ਵਸਾਇਆ ਨਾ ਮਹਾਰਾਜ। ਹਾਂਜੀ। ਭਇਓ ਅਧਰਮ ਪ੍ਰੇਤ ਸਭ ਚੀਨਾ, ਲੋਕਾਂ ਵਾਹਿਗੁਰੂ ਪ੍ਰੇਤਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਬੇਈਮਾਨੀ ਤੇ ਠੱਗੀ ਦੇ ਨਾਲ ਇਹ ਚੀਜ਼ ਲਈ ਹੈ। ਪ੍ਰੇਤਾਂ ਨੇ ਆ ਕੇ ਵੀ ਉੱਥੇ ਵਾਸਾ ਕਰ ਲਿਆ। ਗੱਜ ਕੇ ਆਖੋ ਵਾਹਿਗੁਰੂ। ਆ ਜਿਨ੍ਹਾਂ ਘਰਾਂ ਵਿੱਚ ਬੇਈਮਾਨੀਆਂ ਹੁੰਦੀਆਂ ਨਾ, ਠੱਗੀਆਂ ਹੁੰਦੀਆਂ, ਫਿਰ ਆ ਜਾਂਦੀ ਫੌਜ ਦੀ ਉੱਥੇ। ਉਹ ਕੀ ਕਰਦੀ ਹੈ, ਉਹ ਨਿਆਣੇ ਨਹੀਂ ਚੰਗੇ ਹੋਣ ਦਿੰਦੇ ਬੰਦਿਆਂ ਦੇ। ਉਹ ਕੋਈ ਨਾ ਕੋਈ ਅੜਚਨ ਪਾਈ ਰੱਖਦੇ।
ਪ੍ਰੇਤਾਂ ਨੇ ਵੇਖਿਆ ਵੀ ਇਹਨੇ ਠੱਗੀ ਕੀਤੀ ਹੈ ਬੰਦੇ ਨੇ, ਉਹ ਆ ਗਏ ਸਾਰੇ ਇੱਧਰ ਮਹਾਰਾਜ। ਹਾਂਜੀ, ਚੱਲ ਆਏ ਲੱਖ ਪਾਪ ਮਹਾਨਾ। ਉਹਨਾਂ ਨੂੰ ਪਤਾ ਲੱਗਾ ਵੀ ਪਾਪ ਹੋਇਆ ਹੈ, ਸਹੁੰ ਝੂਠੀ ਖਾਧੀ ਹੈ, ਧਰਮ ਦਾ ਨਾਮ ਵਰਤਿਆ ਹੈ। ਮਹਾਰਾਜ ਉਹ ਸਾਰੇ ਮੇਰੀ ਧਰਤੀ ਤੇ ਆ ਗਏ। ਅਸਲ ਵਿੱਚ ਨਾ ਸੱਚੀਆਂ ਧਰਤੀਆਂ ਤੇ ਨਹੀਂ ਪ੍ਰੇਤ ਰਹਿੰਦੇ ਜੀ, ਇੱਥੇ ਗੁਰਦੁਆਰੇ ਰਹਿ ਕੇ ਵਿਖਾਉਣਾ, ਸੱਚੀ ਧਰਤੀ ਤੇ ਨਹੀਂ ਰਹਿ ਸਕਦੇ। ਹਾਂਜੀ, ਦੇਸ ਦੇਸ ਤੇ ਭੇ ਇੱਕ ਥਾਨ। ਮਹਾਰਾਜ ਮੈਨੂੰ ਨਹੀਂ ਪਤਾ, ਪਰ ਮੈਨੂੰ ਲੋਕਾਂ ਦੱਸਿਆ ਵੀ ਇੱਥੇ ਕਈ ਦੇਸ਼ਾਂ ਦੇ ਪ੍ਰੇਤ ਆ ਕੇ ਵਸ ਗਏ ਆ। ਹਾਂਜੀ, ਸਨੇ ਸਨੇ ਨਰ ਦੀਏ ਉਜਾਰੋ। ਤੇ ਉਹਨਾਂ ਪ੍ਰੇਤਾਂ ਨੇ ਫਿਰ ਹੌਲੀ ਹੌਲੀ ਨਾ ਲੋਕਾਂ ਨੂੰ ਮਾਰ ਕੇ ਡਰਾ ਕੇ ਹੌਲੀ ਹੌਲੀ ਸਾਰਾ ਪਿੰਡ ਹੀ ਮਹਾਰਾਜ ਉਜਾੜ ਸੁੱਟਿਆ, ਤੇ ਸਾਡਾ ਸਾਰਾ ਪਿੰਡ ਉੱਜੜ ਗਿਆ। ਹਾਂਜੀ, ਆਪ ਆਏ ਕਰ ਬਸੇ ਹਜ਼ਾरों। ਤੇ ਆਪ ਉਹ ਪ੍ਰੇਤ ਹਜ਼ਾਰਾਂ ਆ ਕੇ ਵਸ ਗਏ। ਫਿਰ ਬੇਨਤੀ 'ਚ ਬੇਈਮਾਨੀ ਤੇ ਠੱਗੀ ਦਾ ਪੈਸਾ ਘਰ ਨਾ ਲੈ ਕੇ ਆਓ, ਕਮਾਓ ਹੀ ਨਾ, ਤੇ ਘਰ ਤੇ ਲੈ ਕੇ ਹੀ ਨਾ ਆਓ। ਹਾਂਜੀ, ਇਸੀ ਰੀਤ ਡੇਰਾ ਪਰ ਗਇਓ। ਮਹਾਰਾਜ ਉਹ ਸਹਿਜੇ 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 ਪ੍ਰੇਤ ਇਕੱਠੇ ਹੁੰਦੇ ਗਏ, ਤੇ ਹੌਲੀ ਹੌਲੀ ਮਹਾਰਾਜ ਪ੍ਰੇਤਾਂ ਦਾ ਡੇਰਾ ਲੱਗ ਗਿਆ। ਹਾਂਜੀ, ਲੱਖੋਂ ਪ੍ਰੇਤ ਬਾਸ ਕੋ ਕਇਓ। ਹੁਣ ਤੇ ਮਹਾਰਾਜ ਲੱਖਾਂ ਹੀ ਪ੍ਰੇਤ ਨੇ, ਲੱਖਾਂ ਹੀ। ਹਾਂਜੀ, ਤਿੰਨ ਡਰ ਤੇ ਅਬ ਲੋਕ ਨਾ ਜਾਏ। ਹੁਣ ਤੇ ਇੰਨਾ ਮਸ਼ਹੂਰ ਹੋ ਗਿਆ, ਲੋਕ ਕਹਿੰਦੇ ਆ ਪ੍ਰੇਤਾਂ ਦੀ ਥਾਂ ਭੂਤਾਂ ਦੀ ਥਾਂ ਹੈ, ਅਸੀਂ ਨਹੀਂ ਜਾਣਾ। ਮਹਾਰਾਜ ਮੈਂ ਮੁਫਤ ਵੀ ਜ਼ਮੀਨ ਦਿਆਂ ਨਾ, ਲੈਂਦਾ ਹੀ ਕੋਈ ਨਹੀਂ। ਹਾਂਜੀ, ਮਹਾ ਪਾਪ ਕਰ ਸੋ ਫਲ ਪਾਏ। ਇਹ ਅਸਲ 'ਚ ਮਹਾਰਾਜ ਮੇਰਾ ਪਾਪ ਹੈ, ਮੈਂ ਝੂਠੀ ਸਹੁੰ ਖਾਧੀ, ਮੇਰਾ ਪਾਪ ਹੈ, ਉਹਦਾ ਫਲ ਮੈਨੂੰ ਮਿਲਿਆ। ਹਾਂਜੀ, ਨਹੀਂ ਜਤਨ ਕੋ ਬਿਨਾ ਤੁਮਾਰੇ। ਹਾਂਜੀ, ਪਾਵਨ ਥਾਨ ਬਨੈ ਪਗ ਧਾਰੇ। ਮਹਾਰਾਜ ਹੁਣ ਜਿੰਨਾ ਚਿਰ ਤੱਕ ਤੁਸੀਂ ਨਹੀਂ ਨਾ ਚਰਨ ਪਾਉਂਦੇ, ਉੱਥੇ ਮਹਾਰਾਜ ਪ੍ਰੇਤਾਂ ਨੇ ਨਹੀਂ ਭੱਜਣਾ। ਗੱਜ ਕੇ ਆਖੋ ਵਾਹਿਗੁਰੂ। ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨਾ ਸਰੀਰ ਤਿਆਗ ਗਏ ਜੀ। ਉਹ ਬਚਨ ਸੁਣਾਉਂਦੇ ਹੁੰਦੇ ਸੀਗੇ, ਔਰ ਉਹ ਨਾਲ ਐਡਰੈਸ ਦੱਸਦੇ ਆ, ਕੋਈ ਐਵੇਂ ਨਹੀਂ ਵੀ ਗਪੌੜ ਗੱਲ ਸੁਣਾ ਰਹੇ ਆ। ਉਹ ਕਹਿੰਦੇ ਜਾਓ ਫਲਾਣੇ ਮਹੱਲੇ ਵਿੱਚ ਫਲਾਣੇ ਸਿੰਘ ਦਾ ਘਰ ਹੈ, ਉਹਦੇ ਘਰ ਵਿੱਚ ਪ੍ਰੇਤ ਸੀਗੇ, ਤੇ ਪ੍ਰੇਤ ਕਰਦੇ ਕੀ ਸੀ, ਅਲਮਾਰੀਆਂ 'ਚ ਪੇਟੀਆਂ 'ਚ ਪਏ ਹੋਏ ਕੱਪੜੇ ਆਪੇ ਹੀ ਸੜ ਜਾਂਦੇ ਸੀਗੇ। ਇੰਨਾ ਬੁਰਾ ਹਾਲ ਹੋ ਗਿਆ ਸੀਗਾ, ਕਹਿਣ ਲੱਗੇ ਕਈ ਵਾਰੀ ਤੇ ਗਲ 'ਚ ਪਾਏ ਕੱਪੜੇ ਵੀ ਸੜ ਜਾਂਦੇ ਸਨ। ਉਹਨਾਂ ਦੇ ਘਰ ਨਹੀਂ ਸੀ ਕੋਈ ਜਾਂਦਾ, ਪਰ ਕਿਸੇ ਨੇ ਗੁਰਮੁਖ ਨੇ ਆਖਿਆ ਕੋਈ ਨਹੀਂ, ਮਨ ਤਗੜਾ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਖੰਡ ਪਾਠ ਸਾਹਿਬ ਕਰਵਾਓ। ਕਹਿੰਦੇ ਉਹ ਮਹਾਰਾਜ ਦਾ ਪ੍ਰਕਾਸ਼ ਲੈ ਗਏ, ਇੱਕ ਅਖੰਡ ਪਾਠ ਸਾਹਿਬ 2 ਕਰ 3 ਕਰ, ਹੌਲੀ ਹੌਲੀ ਨਾ ਉਹ ਕੱਪੜਿਆਂ ਨੂੰ ਅੱਗ ਲੱਗਣੀ ਬੰਦ ਹੋ ਗਈ। ਭਾਵ ਸਮਝ ਆ ਗਈ ਵੀ ਪ੍ਰੇਤ ਹੁਣ ਭੱਜ ਗਏ। ਜਿੱਥੇ ਮਹਾਰਾਜ ਦੇ ਚਰਨ ਪੈਂਦੇ ਭੱਜਦੇ ਤੇ ਹੈ। ਉਹ ਕਹਿੰਦਾ ਮਹਾਰਾਜ ਕਿਰਪਾ ਕਰਕੇ ਚਰਨ ਪਾ ਦਿਓ। ਸ਼੍ਰੀ ਅੰਗਦ ਤਬ ਹਿਰਦੇ ਵਿਚਾਰੀ। ਮਹਾਰਾਜ ਗਰੀਬ ਨਵਾਜ ਜੀ ਨੇ ਉਸ ਸਮੇਂ ਨਾ ਵਿਚਾਰ ਕੀਤੀ। ਹਾਂਜੀ, ਹਮਰੇ ਪੁੱਤਰ ਗਰਭ ਉਰ ਭਾਰੀ। ਸਾਡੇ ਪੁੱਤਰ ਬੜਾ ਹੰਕਾਰ ਕਰਦੇ ਆ, ਸਤਿਗੁਰੂ ਦੇ ਪੁੱਤਰ। ਉਹਨਾਂ ਨੂੰ ਇਹ ਸੀ ਵੀ ਅਸੀਂ ਗੁਰੂ ਦੇ ਪੁੱਤਰ ਹਾਂ। ਹਾਂਜੀ, ਕਹਿਓ ਬਾਕ ਸੋ ਮਨ ਹੈ ਨਾਹੀ। ਤੇ ਉਹ ਸਾਡੀ ਕਈ ਗੱਲ ਵੀ ਨਹੀਂ ਮੰਨਦੇ। ਹਾਂਜੀ, ਚਾਹਤ ਗੁਰਤਾ ਹੋਏ ਹਮ ਪਾਹੀ। ਨਾ ਸੇਵਾ ਕਰਦੇ ਨਾ ਬਚਨ ਮੰਨਦੇ, ਉਲਟਾ ਇਹ ਚਾਹੁੰਦੇ ਵੀ ਗੱਦੀ ਸਾਨੂੰ ਮਿਲ ਜੇ। ਹਾਂਜੀ, ਇਹੋ ਸੇਵਕ ਕੀ ਵਸਤੂ ਹੈ। ਪਰ ਇਹ ਤੇ ਸੇਵਕ ਦੀ ਵਸਤੂ ਹੈ, ਸੇਵਾ ਕਰਨ ਵਾਲੇ ਨੂੰ ਗੱਦੀ ਮਿਲਦੀ ਹੈ। ਹਾਂਜੀ, ਰਹਿ ਅਨੁਸਾਰ ਸੇਵ ਕਰ ਲਹੈ। ਤੇ ਜਿਹੜਾ ਸੇਵਾ ਕਰਦਾ ਅਨੁਸਾਰੀ ਰਹਿ ਕੇ, ਇਹ ਉਹਨੂੰ ਮਿਲਦੀ ਹੈ। ਹਾਂਜੀ, ਸ੍ਰੀ ਅਮਰ ਸੋ ਈਰਖਾ ਠਾਨੈ। ਤੇ ਸਾਡੇ ਪੁੱਤਰ ਅਮਰਦਾਸ ਜੀ ਨਾਲ ਈਰਖਾ ਵੀ ਕਰਦੇ ਮਨ ਵਿੱਚ। ਹਾਂਜੀ, ਆਪਣੇ ਮਹਿ ਕਛ ਦੋਸ਼ ਨਾ ਜਾਣੈ। ਇਹ ਨਹੀਂ ਵੇਖਦੇ ਵੀ ਕਸੂਰ ਸਾਡਾ, ਅਸੀਂ ਸੇਵਾ ਨਹੀਂ ਕਰਦੇ।
ਤਾਂ ਸਾਡੇ ਤੇ ਗੁਰੂ ਦੀ ਖੁਸ਼ੀ ਨਹੀਂ ਹੈ। ਹਾਂਜੀ ਅਪਰ ਸਿੱਖ ਭੀ ਚਾਹਤ ਕੀ, ਹਾਂਜੀ ਦਾਸੂ ਕੇ ਪੱਖੀ ਹੈ ਜਈ। ਗੱਜ ਕੇ ਆਖੋ ਵਾਹਿਗੁਰੂ। ਤੇ ਗੁਰੂ ਅੰਗਦ ਸਾਹਿਬ ਦਾ ਪੁੱਤਰ ਜਿਹਦਾ ਨਾਮ ਭਾਈ ਦਾਸੂ ਹੈ ਨਾ, ਉਹਦੇ ਬਾਰੇ ਕਈ ਚਾਹੁੰਦੇ ਵੀ ਇਹਨੂੰ ਗੱਦੀ ਮਿਲੇ, ਤੇ ਮਹਾਰਾਜ ਹੁਣ ਨਿਆਂ ਕਰਨਾ ਚਾਹੁੰਦੇ ਜੀ। ਹਾਂਜੀ ਜਾਂ ਤੇ ਅਬ ਸਭ ਹਿਨ ਕੇ ਮਾਹੀ, ਹਾਂਜੀ। ਪਰਖ ਦਿਖਾਵਹ ਉਚਿਤ ਸੋ ਨਾਹੀ। ਮਹਾਰਾਜ ਕਹਿੰਦੇ ਹੁਣ ਸਾਰਿਆਂ ਨੂੰ ਵਿਖਾ ਦੇਣਾ ਵੀ ਗੁਰਤਾ ਗੱਦੀ ਦੇ ਯੋਗ ਕੌਣ ਹੈ। ਹਾਂਜੀ ਇਮ ਵਿਚਾਰ ਸ਼੍ਰੀ ਅੰਗਦ ਠਾਨਾ, ਇਹ ਵਿਚਾਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਆਪਣੇ ਮਨ ਵਿੱਚ ਕੀਤੇ। ਵੱਡੇ ਪੁੱਤਰ ਸੋ ਬਾਕ ਬਖਾਨਾ। ਮਹਾਰਾਜ ਨੇ ਪਹਿਲਾਂ ਵੱਡੇ ਪੁੱਤਰ ਨੂੰ ਆਖਿਆ, ਭਾਈ ਦਾਸੂ ਜੀ ਨੂੰ। ਹਾਂਜੀ ਦਾਸੂ ਇਸਕੇ ਸੰਗ ਸੋ ਜਾਵਹੋ। ਮਹਾਰਾਜ ਕਹਿੰਦੇ ਭਾਈ ਦਾਸੂ ਗੋਂਦੇ ਦੇ ਨਾਲ ਉਹਦੇ ਪਿੰਡ ਵਿੱਚ ਜਾ। ਹਾਂਜੀ ਪ੍ਰੇਤ ਬਿਡਾਰ ਸੋ ਗ੍ਰਾਮ ਬਸਾਵਹੋ। ਤੇ ਪ੍ਰੇਤ ਭਜਾ ਕੇ ਤੇ ਪਿੰਡ ਵਸਾਇਆ। ਹਾਂਜੀ ਸੁਣ ਕੇ ਕਹਿਤ ਭਇਓ ਨਹਿ ਜਾਊ। ਉਹ ਕਹਿੰਦਾ ਨਾ ਮੈਂ ਨਹੀਂ ਜਾਣਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਭੂਤ ਪ੍ਰੇਤ ਮਹਿ ਕੁਤੋ ਬਸਾਉ। ਕਿਉਂ ਭਾਈ ਦਾਸੂ ਨੂੰ ਮਹਾਰਾਜ ਦੇ ਬਚਨਾਂ ਤੇ ਭਰੋਸਾ ਨਹੀਂ ਸੀ। ਹੁਣ ਜੇ ਮਹਾਰਾਜ ਨੇ ਕਿਹਾ ਜਾ ਤੇ ਭੂਤ ਭਜਾ, ਤੇ ਮਹਾਰਾਜ ਸ਼ਕਤੀ ਵੀ ਤੇ ਦੇਣਗੇ ਨਾ। ਉਹ ਕਹਿੰਦਾ ਮਹਾਰਾਜ ਮੈਂ ਕਿਵੇਂ ਭੂਤਾਂ ਪ੍ਰੇਤਾਂ ਨੂੰ ਭਜਾਵਾਂਗਾ, ਮਹਾਰਾਜ ਮੈਂ ਕਿਵੇਂ ਘਰ ਵਸਾਵਾਂਗਾ। ਹਾਂਜੀ ਹਮਰੋ ਗ੍ਰਾਮ ਖੰਡੂਰ ਰਹਿਣ ਕੋ। ਮਹਾਰਾਜ ਜਦੋਂ ਸਾਡਾ ਪਿੰਡ ਹੈਗਾ ਰਹਿਣ ਵਾਸਤੇ ਖਡੂਰ ਸਾਹਿਬ, ਤੇ ਸਾਨੂੰ ਕੀ ਲੋੜ ਹੈਗੀ ਕਿਤੇ ਜਾਣ ਦੀ। ਹਾਂਜੀ ਇਸ ਕੋ ਤਿਆਗਤ ਜਾਉ ਤਹ ਨਾ ਕੋ। ਮਹਾਰਾਜ ਮੈਂ ਨਹੀਂ ਤੇ ਜਾਣਾ, ਕੋਰੀ ਨਾ ਕਰਤੀ। ਹਾਂਜੀ ਐਸੇ ਥਾਨ ਪਠਾਵਨ ਲਾਗੇ, ਹਾਂਜੀ। ਜਹ ਕੋ ਬਸੇ ਨਾ ਸਭਹੂ ਤਿਆਗੇ। ਮਹਾਰਾਜ ਮੈਨੂੰ ਉਸ ਥਾਂ ਤੇ ਭੇਜ ਰਹੇ ਹੋ ਜਿੱਥੇ ਵਸਦੇ ਬੰਦੇ ਵੀ ਭੱਜ ਆਏ ਆ, ਤੇ ਮੈਨੂੰ ਕਹਿੰਦੇ ਉੱਥੇ ਜਾ ਕੇ ਵਸ। ਹਾਂਜੀ ਮੋਤੇ ਤਹਾਂ ਨਾ ਜਾਇਓ ਜਾਏ। ਮਹਾਰਾਜ ਮੇਰੇ ਕੋਲੋਂ ਨਹੀਂ ਜਾਇਆ ਜਾਣਾ। ਹਾਂਜੀ ਥਾਨ ਸਖਤ ਸੋ ਬਸੇ ਨਾ ਕਾਏ। ਤੇ ਮਹਾਰਾਜ ਉਹ ਕਰੜਾ ਥਾਂ ਹੈ, ਪਤਾ ਨਹੀਂ ਪ੍ਰੇਤ ਕਿਹੋ ਜਿਹੇ ਹੋਣ ਉੱਥੇ। ਹਾਂਜੀ ਮਹਾਬਲੀ ਤਹ ਦੇਵ ਸੁਨੈ ਹੈ। ਮੈਂ ਸੁਣਿਆ ਪਹਿਲਾਂ ਵੀ ਮਹਾਰਾਜ ਇਸ ਨਗਰ ਦਾ ਜ਼ਿਕਰ, ਬੜੇ ਬੜੇ ਬਲੀ ਪ੍ਰੇਤ ਨੇ ਮਹਾਰਾਜ ਉੱਥੇ। ਹਾਂਜੀ ਕਿਸਹੂ ਪਾਸ ਨਾ ਜਾਹੇ ਗਿਨੈ ਹੈ। ਕੋਈ ਵੀ ਨਹੀਂ ਜਾਂਦਾ। ਮਹਾਰਾਜ ਫਿਰ ਮੈਂ ਕਿਉਂ ਜਾਵਾਂ। ਗੱਜ ਕੇ ਆਖੋ ਵਾਹਿਗੁਰੂ। ਤੇ ਇਹ ਕਹਿ ਕੇ ਤੇ ਵੱਡਾ ਪੁੱਤ ਚੁੱਪ ਹੋ ਗਿਆ ਜੀ। ਹਾਂਜੀ ਲਗ ਸੁਤ ਦਾਤੂ ਕੀ ਦਿਸ ਹੇਰ। ਤੇ ਮਹਾਰਾਜ ਨੇ ਛੋਟੇ ਪੁੱਤਰ ਵੱਲ ਵੇਖਿਆ। ਛੋਟਾ ਕੌਣ ਹੈ? ਭਾਈ ਦਾਤੂ ਜੀ। ਹਾਂਜੀ ਫੇਰੂ ਆਨ ਫਰਮਾਇਓ ਫੇਰ ਆਨ ਫਰਮਾਇਓ। ਫੇਰ ਮਹਾਰਾਜ ਨੇ ਫੇਰੂ ਦੇ ਪੁੱਤਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਫੇਰ ਆਪਣੇ ਪੁੱਤਰ ਨੂੰ ਆਖਿਆ, ਵੱਡੋ ਭਰਾਤ ਨਹਿ ਜਾਏ ਤਿਹਾਰੋ। ਮਹਾਰਾਜ ਕਹਿੰਦੇ ਪੁੱਤ ਦਾਤੂ ਤੁਹਾਡਾ ਵੱਡਾ ਭਰਾ ਤੇ ਜਾ ਨਹੀਂ ਰਿਹਾ। ਹਾਂਜੀ ਮਾਨ ਬਾਕ ਅਬ ਤੁਹੀਂ ਪਧਾਰੋ। ਤੂੰ ਹੀ ਸਾਡੀ ਗੱਲ ਮੰਨ ਲੈ। ਪਤਾ ਤਾਂ ਹੈ ਸੀ ਮਹਾਰਾਜ ਨੂੰ, ਉਵੇਂ ਮੰਨ ਵੀ ਲੈਂਦੇ, ਪਰ ਇਹ ਗੁਰਤਾ ਗੱਦੀ ਦੀ ਕਸਵੱਟੀ ਲੱਗੀ ਸੀਗੀ ਜੀ। ਉਹ ਰੱਬ ਦਾ ਹੁਕਮ ਹੀ ਸੀਗਾ। ਬਾਬੇ ਇਹੋ ਜਿਹਾ ਜਵਾਬ ਜਿਹੜਾ ਦੇ ਰਹੇ ਨਾ, ਰੱਬ ਦਾ ਹੀ ਹੁਕਮ ਹੈ। ਕਹਿਣ ਲੱਗੇ ਤੂੰ ਹੀ ਚਲੇ ਜਾ। ਹਾਂਜੀ ਖੱਤਰੀ ਬਿਨਤੀ ਕਰਤ ਉਚਾਰੀ। ਗੋਂਦਾ ਵੇਖ ਖਾ ਕੇ ਕਿਵੇਂ ਬੇਨਤੀਆਂ ਕਰ ਰਿਹਾ। ਹਾਂਜੀ ਉਠ ਅਬ ਜਾਹੋ ਬਨੋ ਉਪਕਾਰੀ। ਜਾ ਭਲਾ ਕਰ ਦੇ ਤੇ ਇਹਨਾਂ ਦਾ ਪਿੰਡ ਵਸਾ ਦੇ। ਸਭ ਭੂਤਨ ਕੋ ਤਰਾਸ ਦਿਖਾਏ। ਸਭ ਭੂਤਾਂ ਨੂੰ ਭਜਾ ਦੇ। ਮਹਾਰਾਜ ਕਹਿਣ ਲੱਗੇ ਡਰਾ ਕੇ। ਹਾਂਜੀ ਨਿਰ ਉਪਾਦ ਕਰ ਗ੍ਰਾਮ ਬਸਾਏ। ਤੇ ਪਿੰਡ ਵਸਾਇਆ ਜਾ ਕੇ। ਹਾਂਜੀ ਸੁਨੋ ਪਿਤਾ ਜੀ ਬਸਹਿ ਖੰਡੂਰ। ਹੁਣ ਉਹ ਲੋਕ ਬੜੇ ਬੈਠੇ, ਸੰਗਤਾਂ ਬੜੀਆਂ ਬੈਠੀਆਂ, ਤੇ ਇੰਨੀਆਂ ਸੰਗਤਾਂ ਦੇ ਵਿੱਚ ਉਹ ਕਹਿਣ ਲੱਗਾ, ਵਾਹਿਗੁਰੂ ਬਾਬਾ ਦਾਤੂ ਜੀ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਸੁਨੋ ਪਿਤਾ ਜੀ। ਹਾਂਜੀ ਸੁਨੋ ਪਿਤਾ ਜੀ ਬਸਹਿ ਖਡੂਰ। ਪਿਤਾ ਜੀ ਸਾਨੂੰ ਕੀ ਲੋੜ ਹੈਗੀ ਆ, ਅਸੀਂ ਤਾਂ ਆਪਣੇ ਪਿੰਡ 'ਚ ਸੌਖੇ ਰਹਿ ਰਹੇ ਹਾਂ। ਹਾਂਜੀ ਤਹਾਂ ਜਾਣ ਕੀ ਕੌਣ ਜ਼ਰੂਰ। ਸਾਨੂੰ ਜਾਣ ਦੀ ਕੀ ਜ਼ਰੂਰਤ ਹੈ। ਮਹਾਰਾਜ ਕਿਉਂ ਪ੍ਰੇਤਾਂ ਨਾਲ ਪੰਗਾ ਲੈਣਾ ਹੈ।
ਹਾਂਜੀ ਵੈਸੇ ਸਦਨ ਗੋਬਿੰਦ ਗੁਣ ਗਾਵੇਂ। ਮਹਾਰਾਜ ਘਰ ਬੈਠੇ ਆ, ਰੱਬ ਦੇ ਗੁਣ ਗਾ ਰਹੇ ਆ। ਹਾਂਜੀ ਨਿਜ ਕਾਰਜ ਹਿਤ ਬਹੁ ਚੱਲ ਆਵੇਂ। ਤੇ ਉਲਟਾ ਮਹਾਰਾਜ ਲੋਕ ਇੱਥੇ ਆਉਂਦੇ ਆ, ਤੇ ਹੁਣ ਅਸੀਂ ਲੋਕਾਂ ਦੇ ਪਿੰਡਾਂ ਵਿੱਚ ਜਾਈਏ ਮਹਾਰਾਜ। ਹਾਂਜੀ ਕਿਸ ਕਿਸ ਸੰਗ ਆਪ ਚੱਲ ਜਾਵੋ। ਮਹਾਰਾਜ ਕਿਹਦੇ ਕਿਹਦੇ ਕੋਲ ਚੱਲ ਕੇ ਜਾਵਾਂਗੇ। ਹਾਂਜੀ ਕਿਆ ਹਮ ਕੋ ਉਜਰਿਓ ਕੇ ਬਸਾਵੋ। ਤੇ ਕਿਹਦਾ ਉਜਾੜਾ ਕਰਾਂਗੇ ਤੇ ਕਿਹਦਾ ਵਸਾਵਾ ਕਰਾਂਗੇ। ਸਾਨੂੰ ਕੀ ਕੋਈ ਉਜੜੇ ਤੇ ਭਾਵੇਂ ਕੋਈ ਵਸੇ। ਗੱਜ ਕੇ ਆਖੋ ਵਾਹਿਗੁਰੂ। ਪਰ ਗੁਰੂ ਦਾ ਹੁਕਮ ਤੇ ਨਹੀਂ ਨਾ ਮੰਨਿਆ ਜੀ। ਗੱਲ ਤੇ ਮਹਾਰਾਜ ਦਾ ਹੁਕਮ ਮੰਨਣ ਦੀ ਹੈ। ਹਾਂਜੀ ਸੁਨ ਸੁਤ ਦੋਇਨ ਤੇ ਇਮ ਬੈਨ। ਮਹਾਰਾਜ ਨੇ ਵੀ ਸੁਣ ਲਿਆ ਤੇ ਸਾਰੀ ਸੰਗਤ ਨੇ ਵੀ ਸੁਣ ਲਿਆ ਵੀ ਗੁਰੂ ਸਾਹਿਬ ਦੇ ਦੋਵਾਂ ਪੁੱਤਰਾਂ ਨੇ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਿਆ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਅਮਰਦਾਸ ਕੀ ਦਿਸ ਕਰ ਨੈਣ। ਤੇ ਹੁਣ ਮਹਾਰਾਜ ਨੇ ਨਾ ਬਜ਼ੁਰਗ ਬੈਠੇ ਬਾਬਾ ਅਮਰਦਾਸ ਦੀ ਸੰਗਤ ਵਿੱਚ, ਮਹਾਰਾਜ ਨੇ ਉਹਨਾਂ ਵੱਲ ਵੇਖਿਆ, ਦ੍ਰਿਸ਼ਟੀ ਕੀਤੀ ਆਪਣੀ। ਹਾਂਜੀ ਕਹਿਓ ਜਾਹੋ ਪੁਰਖਾ ਤੁਮ ਤਹਾਂ। ਮਹਾਰਾਜ ਕਹਿੰਦੇ ਪੁਰਖਾ ਹੁਣ ਤੂੰ ਜਾ। ਮਹਾਰਾਜ ਕਹਿੰਦੇ ਤੁਸੀਂ ਜਾਣਾ। ਹਾਂਜੀ ਬਾਸਾ ਭੂਤ ਪ੍ਰੇਤ ਕੋ ਜਹਾਂ। ਜਿੱਥੇ ਭੂਤ ਪ੍ਰੇਤ ਵਸਦੇ ਐ। ਹਾਂਜੀ ਕਰਹੋ ਬਸਾਵਨ ਸੁੰਦਰਪੁਰੀ। ਉੱਥੇ ਸੋਹਣੀ ਪੁਰੀ ਵਸਾਓ, ਵਧੀਆ ਪਿੰਡ ਵਸਾਓ। ਹਾਂਜੀ ਜਨ ਗੁਰ ਕੀਰਤ ਕੀ ਹੋਏ ਪੂਰੀ। ਤਾਂ ਕਿ ਗੁਰੂ ਘਰ ਦੀ ਕੀਰਤੀ ਆਵੇ ਹੋਵੇ। ਏਡੀ ਸੋਹਣੀ ਨਗਰੀ ਵਸਾਓ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਹੀ ਜਸ ਹੋਵੇ। ਹਾਂਜੀ ਮੁਖ ਤੇ ਅਖਿਰ ਨਿਕਸੇ ਆਦੇ। ਹਾਂਜੀ ਸੁਨ ਤਿਆਰ ਹੋਏ ਉਹ ਘਟ ਬਾਂਧੇ। ਤੇ ਬਾਬਾ ਅਮਰਦਾਸ ਜੀ ਇੰਨੇ ਭੈ ਵਿੱਚ ਰਹਿੰਦੇ, ਮੁੱਖੋਂ ਗੱਲ ਵੀ ਨਹੀਂ ਚੰਗੀ ਤਰ੍ਹਾਂ ਕਰਦੇ ਜੀ। ਡਰ ਬੜਾ। ਤੇ ਉਸੇ ਵੇਲੇ ਹੀ ਕਮਰ ਕੱਸਾ ਕਰ ਲਿਆ ਤੇ ਤਿਆਰੀ ਕਰ ਲਈ ਜੀ। ਹੁਣ ਕਿਤੇ ਕਿਸੇ ਨੂੰ ਕਹਿ ਦੇ ਵੀ ਫਲਾਣੀ ਹਵੇਲੀ 'ਚ ਭੂਤ ਹੈਗੇ ਆ, ਪ੍ਰੇਤ ਹੈਗੇ ਆ, ਕੌਣ ਜਾਂਦਾ? ਕੋਈ ਨਹੀਂ ਜਾਂਦਾ। ਹਾਂਜੀ ਹਾਥ ਜੋਰ ਬੂਝੀ ਬਿਦ ਕੈਸੇ। ਤੇ ਹੱਥ ਜੋੜ ਕੇ ਪੁੱਛਿਆ, ਹੇ ਸੱਚੇ ਪਾਤਸ਼ਾਹ ਮੈਂ ਉੱਥੇ ਜਾ ਕੇ ਕਿਵੇਂ ਕਰਾਂ ਸਾਰਾ ਕੰਮ। ਹਾਂਜੀ ਜਸ ਆਯਸ ਹੋਏ ਰੁਚਪੁਰ ਤੈਸੇ। ਤੇ ਜਿਵੇਂ ਤੁਹਾਡੀ ਹੁਕਮ ਹੈ, ਤੁਹਾਡਾ ਹੁਕਮ ਹੈ, ਉਹ ਨਗਰ ਕਿਵੇਂ ਵਸੇਗਾ। ਹਾਂਜੀ ਕਹਿਓ ਗੁਰੂ ਪੂਰਬ ਦਿਸ ਜੋਈ। ਮਹਾਰਾਜ ਸੱਚੇ ਪਾਤਸ਼ਾਹ ਫਿਰ ਸਮਝਾਉਂਦੇ ਸਾਰੀ ਗੱਲ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਜਿਹੜਾ ਤੁਹਾਡਾ ਪੂਰਬ ਵਾਲਾ ਪਾਸਾ ਹੈ ਨਾ। ਹਾਂਜੀ ਕਰਹੋ ਖਨਾਵਨ ਨੀਕੇ ਸੋਈ। ਮਹਾਰਾਜ ਕਹਿੰਦੇ ਉਹ ਜਾ ਕੇ ਪੁੱਟਣਾ ਸ਼ੁਰੂ ਕਰ ਦਿਓ। ਕਿਉਂ? ਗੁਰੂ ਸਾਹਿਬ ਖਡੂਰ ਸਾਹਿਬ ਬੈਠੇ। ਭਾਈ ਗੋਂਦੇ ਦਾ ਪਿੰਡ ਦੂਰ ਹੈ, ਪਰ ਮਹਾਰਾਜ ਨੂੰ ਸਾਰਾ ਪਤਾ ਲੱਗ ਰਿਹਾ ਪਿੰਡ ਵਿੱਚ ਕਿਹੜਾ ਘਰ ਕਿਵੇਂ ਹੈ, ਕਿੱਥੇ ਕਿਹੜੀ ਚੀਜ਼ ਹੈ। ਮਹਾਰਾਜ ਕਹਿਣ ਲੱਗੇ ਪੂਰਬ ਵਾਲੇ ਪਾਸੇ ਨੂੰ ਚੰਗੀ ਤਰ੍ਹਾਂ ਪੁੱਟਣਾ ਸ਼ੁਰੂ ਕਰ ਦਿਓ। ਹਾਂਜੀ ਇੱਕ ਸਮ ਕਰਕੇ ਥਾਨ ਤਹਾਂ ਸੋ। ਤੇ ਬਰਾਬਰ ਥਾਂ ਕਰਨੀ ਮਹਾਰਾਜ ਕਹਿੰਦੇ ਉੱਥੇ। ਹਾਂਜੀ ਬਸਬੇ ਕਾਰਨ ਰਚੋ ਆਵਾਸ। ਉੱਥੇ ਹੁਣ ਨਾ ਨਾਲੇ ਆਪਣੇ ਰਹਿਣ ਵਾਸਤੇ ਘਰ ਬਣਾਓ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਗੱਲ ਸੁਣੀ ਨਾ, ਮਹਾਰਾਜ ਨੇ ਕਿਹਾ ਹੁਣ ਕਿਤੇ ਹੋਰ ਜਾ ਕੇ ਰਹੋ। ਤੇ ਲਓ ਫਿਰ ਥਾਂ ਵੀ ਦੇ ਦਿੱਤੀ ਮਹਾਰਾਜ ਨੇ। ਹਾਂਜੀ ਸੁੰਦਰ ਸ਼ਰੀ ਸੋ ਚੰਚਲ ਕਰਤੇ। ਹਾਂਜੀ। ਅਮਰਦਾਸ ਕੋ ਦੀਨਸ ਕਰਤੇ। ਤੇ ਮਹਾਰਾਜ ਦੇ ਹੱਥ 'ਚ ਇੱਕ ਸੋਟੀ ਸੀਗੀ, ਧੰਨ ਗੁਰੂ ਅੰਗਦ ਸਾਹਿਬ ਜੀ ਦੇ। ਮਹਾਰਾਜ ਨੇ ਉਹ ਸੋਟੀ ਜਿਹੜੀ ਹੈ ਉਹ ਅਮਰਦਾਸ ਜੀ ਨੂੰ ਦਿੱਤੀ। ਹਾਂਜੀ ਇਹੋ ਲੈ ਜਾਹੋ ਸਮੁਖ ਤਿਨ ਹੋਏ। ਮਹਾਰਾਜ ਕਹਿਣ ਲੱਗੇ ਆਹ ਲੈ ਜੋ ਸੋਟੀ। ਹਾਂਜੀ ਕਰਹੋ ਦਿਖਾਵਨ ਰਹਿ ਨਾ ਕੋਏ। ਤੇ ਜਿਹੜਾ ਭੂਤ ਪ੍ਰੇਤ ਆ ਵੀ ਜਾਵੇ ਨਾ ਸਾਹਮਣੇ, ਮਹਾਰਾਜ ਕਹਿੰਦੇ ਉਹਨੂੰ ਵਿਖਾ ਦਿਓ, ਵੇਖਦਾ ਸਾਰੀ ਭੱਜ ਜਾਵੇਗਾ। ਕਹਿਣ ਲੱਗੇ ਹੁਣ ਉਹਨਾਂ ਪ੍ਰੇਤਾਂ ਨੇ ਤਾਂ ਇੰਜ ਪ੍ਰਗਟ ਨਹੀਂ ਸੀ ਹੋਣਾ। ਮਹਾਰਾਜ ਨੇ ਕਿਹਾ ਜਿਹੜੇ ਪਾਸੇ ਵੀ ਇਹ ਸੋਟੀ ਕਰ ਦਿਓਗੇ ਨਾ, ਉਸ ਪਾਸਿਓਂ ਪ੍ਰੇਤ ਪਾਸਾ ਛੱਡ ਕੇ ਹੀ ਭੱਜ ਜਾਣਗੇ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਮੇਰੇ ਸਤਿਗੁਰੂ ਦੀ ਸੋਟੀ 'ਚ ਕਿੰਨਾ ਕਮਾਲ ਹੈ। ਛੱਜੂ ਦੇ ਸਿਰ ਤੇ ਸੋਟੀ ਰੱਖੀ ਸੀ 8ਵੇਂ ਪਾਤਸ਼ਾਹ ਨੇ। ਮਹਾਰਾਜ ਕਹਿੰਦੇ ਆ ਛੜੀ ਲੈ ਜਾਓ, ਸੋਟੀ ਲੈ ਜਾਓ, ਜਿੱਧਰ ਕਰ ਦਿਓਗੇ
ਬਸ ਉਧਰੋਂ ਪ੍ਰੇਤ ਭੱਜ ਜਾਣਗੇ। ਹਾਂਜੀ, ਜਹ ਜਹ ਚਰਨ ਤੁਹਾਰੋ ਫਿਰਹੀ, ਜਿੱਥੇ ਜਿੱਥੇ ਤੁਹਾਡਾ ਚਰਨ ਪੈਂਦਾ ਜਾਏਗਾ ਨਾ, ਹਾਂਜੀ, ਹੋਏ ਅਸ਼ੁਭ ਤਿਸ ਕੋ ਸ਼ੁਭ ਕਰਹੀ। ਉਹ ਭਾਵੇਂ ਕਿੰਨੀ ਵੀ ਮਾੜੀ ਥਾਂ ਕਿਉਂ ਨਾ ਹੋਵੇ, ਅਸ਼ੁਭ ਥਾਂ ਕਿਉਂ ਨਾ ਹੋਵੇ, ਜਿੱਥੇ ਤੁਹਾਡਾ ਚਰਨ ਪੈ ਜਾਏਗਾ ਥਾਂ ਭਾਗਾਂ ਵਾਲੀ ਬਣ ਜਾਏਗੀ। ਤੇ ਭੱਟਾਂ ਨੇ ਬਾਣੀ ਚ ਆਖਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ, ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸਹਿ। ਜਿਸ ਧਰਤੀ ਤੇ ਗੁਰੂ ਅਮਰਦਾਸ ਜੀ ਦਾ ਚਰਨ ਪੈ ਜਾਵੇ, ਪਿਆਰਿਓ, ਉਸ ਧਰਤੀ ਦੇ ਜਿਹੜੇ ਪਾਪ ਹੈ ਉਹ ਵੀ ਮੁੱਕ ਜਾਂਦੇ ਹਨ। ਮਹਾਰਾਜ ਕਹਿਣ ਲੱਗੇ, ਤੁਸੀਂ ਜਾ ਕੇ ਚਰਨ ਤੇ ਰੱਖੋ, ਤੁਹਾਡੇ ਚਰਨ ਰੱਖਦਿਆਂ ਧਰਤੀ ਭਾਗਾਂ ਵਾਲੀ ਬਣ ਜਾਏਗੀ। ਹਾਂਜੀ, ਨਿਜ ਨਿਵਾਸ ਹਿਤ ਰਚਹੁ ਆਵਾਸ। ਤੇ ਮਹਾਰਾਜ ਕਹਿਣ ਲੱਗੇ, ਫਿਰ ਉੱਥੇ ਆਪਣਾ ਨਿਵਾਸ ਰੱਖਿਓ, ਉੱਥੇ ਰਾਤ ਰਿਹਾ ਕਰਿਓ। ਹਾਂਜੀ, ਨਰ ਪਿਖੇ ਆਵਹਿ ਕਰਹਿ ਸੋ ਬਾਸ। ਪਰਿਵਾਰ ਸੱਦੋ, ਹੋਰ ਮਨੁੱਖ ਸੱਦੋ, ਤੇ ਉੱਥੇ ਸੱਦ ਕੇ ਉਹਨਾਂ ਦੇ ਘਰ ਬਣਾ ਕੇ ਦਿਓ, ਆਪੇ ਹੀ ਨਗਰ ਵਸ ਜਾਣਾ। ਹਾਂਜੀ, ਇਹ ਗੋਂਦਾ ਖਤਰੀ ਧਨਵਾਨ। ਮਹਾਰਾਜ ਕਹਿੰਦੇ, ਕੋਈ ਨਹੀਂ, ਗੋਂਦੇ ਕੋ ਬੜੇ ਪੈਸੇ ਨੇ, ਬੜੀ ਮਾਇਆ ਇਹਦੇ ਕੋਲ। ਹਾਂਜੀ, ਕਰਹਿ ਚ ਨਾਮਨ ਮਹਿਲ ਮਹਾਨ। ਇਹ ਸਾਰਿਆਂ ਨੂੰ ਘਰ ਵੀ ਬਣਾ ਕੇ ਦਵੇਗਾ। ਹਾਂਜੀ, ਨਾਮ ਇਸੀ ਕੇ ਪਰ ਪੁਰ ਨਾਮੂ। ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਪੁੱਛਦੇ, ਮਹਾਰਾਜ ਨਗਰ ਦਾ ਨਾਮ ਕੀ ਰੱਖਣਾ, ਪਿੰਡ ਦਾ ਨਾਮ ਕੀ ਰੱਖਣਾ? ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਤੇ ਮਹਾਰਾਜ ਕਹਿਣ ਨੂੰ ਜਦੋਂ ਪੁੱਛਿਆ ਨਾ, ਮਹਾਰਾਜ ਪਿੰਡ ਦਾ ਨਾਮ ਕੀ ਰੱਖਣਾ? ਮਹਾਰਾਜ ਕਹਿੰਦੇ, ਗੋਂਦੇ ਦੇ ਨਾਮ ਤੇ ਹੀ ਰੱਖ ਦੇ। ਤੇ ਕੀ ਨਾਮ ਭਲਾ? ਗੋਇੰਦਵਾਲ ਸਾਹਿਬ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਰਚਹੁ ਰਿਚਰ ਬਸਬੇ ਹਿਤ ਧਾਮੂ। ਮਹਾਰਾਜ ਕਹਿੰਦੇ, ਸੋਹਣੇ ਘਰ ਬਣਾਓ ਤੇ ਜਾ ਕੇ ਰਹੋ, ਤੁਹਾਡੇ ਚਰਨ ਪਾਉਂਦਿਆਂ ਹੀ ਉਹ ਥਾਂ ਭਾਗਾਂ ਵਾਲੀ ਹੋ ਜਾਣੀ ਹੈ। ਹਾਂਜੀ, ਕਰਤ ਫਰੇ ਬਸੋ ਦਾਸੂ ਦਾਤੂ। ਤੋ ਦੋਵੇਂ ਪੁੱਤਰ ਸੇਵਾ ਤੇ ਕਰਦੇ ਨਹੀਂ ਸੀ, ਤੇ ਉਲਟਾ ਗੱਦੀ ਲੈਣਾ ਚਾਹੁੰਦੇ ਸਨ। ਹਾਂਜੀ, ਸੁਨ ਪ੍ਰੇਤਨ ਕੋ ਇਹ ਡਰ ਪਾਤੂ। ਮਹਾਰਾਜ ਕਹਿੰਦੇ, ਅਮਰਦਾਸ ਜੀ, ਸਾਡੇ ਪੁੱਤਰ ਤੇ ਡਰ ਗਏ ਨੇ। ਹਾਂਜੀ, ਮਹਿ ਨਾ ਜਾਣਤੇ ਗੁਰੂ ਪ੍ਰਤਾਪੂ। ਅਸਲ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ, ਉਹ ਮਹਾਰਾਜ ਦਾ ਪ੍ਰਤਾਪ ਹੀ ਨਹੀਂ ਜਾਣਦੇ, ਕਿ ਜੇ ਮਹਾਰਾਜ ਸਾਨੂੰ ਭੇਜਦੇ ਆ ਤੇ ਫਿਰ ਸਾਡੇ ਪਿੱਛੇ ਹੱਥ ਵੀ ਤੇ ਉਹਨਾਂ ਦਾ ਹੈਗਾ ਨਾ। ਇੱਕ ਗੱਲ ਚੇਤਾ ਰੱਖਿਓ ਮੇਰੀ, ਆਪਣੀ ਮਰਜ਼ੀ ਨਾਲ ਜਾਓ, ਕੰਮ ਪਤਾ ਨਹੀਂ ਸਹੁਰੇ ਨਾ ਸਹੁਰੇ। ਜਦੋਂ ਸਤਿਗੁਰੂ ਦਾ ਆਸ਼ੀਰਵਾਦ ਲੈ ਕੇ ਜਾਓਗੇ, ਤੁਸੀਂ ਬਾਅਦ ਵਿੱਚ ਪਹੁੰਚਣਾ, ਕੰਮ ਪਹਿਲਾਂ ਹੋਇਆ ਹੋਣਾ। ਹੁੰਦਾ ਚ ਇਸ ਤਰ੍ਹਾਂ, ਪਰ ਪਿੱਛੇ ਹੱਥ ਹੋਣਾ ਚਾਹੀਦਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਪਿੱਛੇ ਹੱਥ ਹੋਣਾ ਚਾਹੀਦਾ। ਹਾਂਜੀ, ਕਰਨ ਹਾਰ ਕੋ ਜਾਣਹਿ ਆਪੂ। ਹੁਣ ਉਹ ਪੁੱਤਰ ਤੇ ਆਪਣੇ ਆਪ ਨੂੰ ਸਮਝਦੇ ਸੀ ਦਾਤੂ ਤੇ ਦਾਸੂ। ਉਹਨਾਂ ਨੂੰ ਇਹ ਨਹੀਂ ਸੀ ਪਤਾ, ਕਰਨ ਕਰਾਉਣ ਵਾਲੇ ਤੇ ਗੁਰੂ ਅੰਗਦ ਦੇਵ ਸਾਹਿਬ ਆਪ ਹੀ ਨੇ। ਭੂਤ ਤੇ ਇਹਨਾਂ ਦੇ ਬਚਨ ਨਾਲ ਭੱਜਣੇ ਆ। ਹਾਂਜੀ, ਜਾਂ ਤੇ ਇਨ ਕੋ ਤਰਾਸ ਮਹਾਨ। ਮਹਾਰਾਜ ਕਹਿਣ ਲੱਗੇ, ਅਮਰਦਾਸ ਜੀ ਇਹ ਡਰਦੇ ਆ। ਹਾਂਜੀ, ਕਰਨ ਕਰਾਵਨ ਗੁਰ ਤੁਮ ਜਾਨੋ। ਪਰ ਤੁਹਾਨੂੰ ਪਤਾ ਹੈ ਵੀ ਕਰਨ ਕਰਾਉਣ ਵਾਲੇ ਤਾਂ ਸਤਿਗੁਰੂ ਹਨ, ਗੁਰੂ ਨਾਨਕ ਸਾਹਿਬ ਹਨ। ਹਾਂਜੀ, ਇਮ ਸਮਝਾਏ ਸੰਗ ਤਿਸ ਕੀਨੋ। ਇਹ ਸਮਝਾ ਕੇ ਭਾਈ ਗੋਂਦੇ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਨੂੰ ਤੋਰ ਦਿੱਤਾ। ਤਬ ਸ਼੍ਰੀ ਅਮਰ ਚਲੇ ਰਸ ਪੀਨੋ। ਤੇ ਅਮਰਦਾਸ ਜੀ ਨੇ ਕਮਰ ਕਿੱਸਾ ਕੀਤਾ, ਹੱਥ 'ਚ ਸੋਟੀ ਫੜੀ ਤੇ ਚਾਲਾ ਪਾ ਦਿੱਤਾ ਸਾਧ ਸੰਗਤ ਜੀ। ਹਾਂਜੀ, ਪ੍ਰੇਮ ਤਰੋਵਰ ਉਰ ਕੇ ਮਾਹੀ। ਸ਼ਰਦਾ ਆਲ ਬਾਲ ਹੈ ਜਾਹੀ। ਸ਼ਰਦਾ ਦੇ ਵਿੱਚ ਭਿੱਜੇ ਪਏ ਐ, ਮਨ 'ਚ ਗੁਰੂ ਦੇ ਪ੍ਰੇਮ ਦਾ ਰੁੱਖ ਹੋਇਆ ਪਿਆ। ਹਾਂਜੀ, ਗੁਰ ਆਇਸ ਕੇ ਨਿਤ ਅਨੁਸਾਰੀ। ਯਹੀ ਸਿਚੰਬੇ ਕੋ ਬਾਰ ਬਾਰੀ। ਤੇ ਸਾਧ ਸੰਗਤ ਸਦਾ ਗੁਰੂ ਦੇ ਹੁਕਮ 'ਚ ਰਹਿੰਦੇ ਐ। ਤੇ ਹੁਣ ਅੱਗੋਂ ਜਾਣਗੇ, ਤੇ ਜਦੋਂ ਜਾਣਗੇ ਤੇ ਕਿਵੇਂ ਵਸਾਉਣਗੇ ਗੋਇੰਦਵਾਲ ਸਾਹਿਬ, ਉਹ ਆਪਾਂ ਕੱਲ ਦੀ ਕਥਾ ਵਿੱਚ ਸਰਵਣ ਕਰਾਂਗੇ। ਬਾਕੀ ਮਹਾਰਾਜ ਦਾ ਬਚਨ ਵਰਤਣਾ ਹੁੰਦਾ। ਬੰਦੇ ਨੇ ਕੀ ਕਰਨਾ?
ਬੰਦੇ ਨੇ ਤੇ ਜਾ ਕੇ ਖਲੋਣਾ ਹੀ ਹੈ। ਇਸ ਕਰਕੇ ਕੋਈ ਵੱਡੇ ਕੰਮ ਤੇ ਜਾਓ ਨਾ, ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਜਾਇਆ ਕਰੋ, ਮਹਾਰਾਜ ਮੈਂ ਨਹੀਂ ਕੁਝ ਕਰਨਾ, ਤੁਸਾਂ ਕਰਾਉਣਾ, ਮੇਰੇ ਹੱਥ ਵਿੱਚ ਕੁਝ ਵੀ ਨਹੀਂ ਹੈ, ਤੁਸਾਂ ਕਰਾਉਣਾ। ਜਦੋਂ ਇਹ ਭਾਵਨਾ ਰੱਖੋਗੇ, ਪਹੁੰਚੋਗੇ ਬਾਅਦ ਵਿੱਚ, ਕੰਮ ਪਹਿਲਾਂ ਹੋਇਆ ਹੋਏਗਾ। ਔਰ ਇਹ ਪ੍ਰੈਕਟੀਕਲ ਮੈਂ ਆਪਣਾ ਦੱਸ ਰਿਹਾ ਤੁਹਾਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਹੋਰ ਨਾਮ ਜਪੋ, ਸੰਗਤ ਕਰੋ, ਸੇਵਾ ਕਰੋ, ਗੁਰੂ ਦੀ ਆਗਿਆ ਵਿੱਚ ਰਹੋ। ਇਹ ਮਹਾਰਾਜ ਸਾਨੂੰ ਸਾਰਿਆਂ ਨੂੰ ਬਲ ਬਖਸ਼ਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।